कि अज ਅਸੀਂ ਗੱਲਬਾਤ ਕਰਾਂਗੇ ਕਿਸਾਨ ਅੰਦੋਲਨ ਬਾਰੇ, ਕਿਸਾਨੀ ਨੂੰ ਕਿਵੇਂ ਬਚਾਇਆ ਜਾਵੇ, ਪੰਜਾਬ ਦੀ ਜ਼ਮੀਨ ਨੂੰ ਕਿਵੇਂ ਬਚਾਇਆ ਜਾਵੇ, এনवायरमेंट ਨੂੰ ਕਿਵੇਂ ਬਚਾਇਆ ਜਾਵੇ। ਗੱਲਬਾਤ ਅਸੀਂ ਕਰਨ ਜਾ ਰਹੇ ਹਾਂ। ਰਾਮ ਪਵਾਰ ਜੀ ਸਟੂਡੀਓ ਪਹੁੰਚ ਚੁੱਕੇ ਨੇ, ਉਸ ਨਾਲ ਸੁਰਜੀਤ ਸਿੰਘ ਝਬੇਲ ਵਾਲੀ ਸਟੂਡੀਓ ਪਹੁੰਚ ਚੁੱਕੇ ਨੇ। ਕੁਝ ਗੱਲਬਾਤਾਂ ਇਹਨਾਂ ਨਾਲ ਕਰਦੇ ਹਾਂ। ਤੁਹਾਨੂੰ ਦੋਨਾਂ ਨੂੰ ਸਭ ਤੋਂ ਪਹਿਲਾਂ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਥੈਂਕ ਯੂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਾਈਕ ਆਪਣੇ ਲਾਗੇ ਕਰ ਲਓ, ਉੱਚੀ ਬੋਲਣਾ ਥੋੜ੍ਹਾ ਜਿਹਾ। ਹਾਂਜੀ ਤੇ ਹਾਂਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਮ ਜੀ, ਸਤਿ ਸ਼੍ਰੀ ਅਕਾਲ ਜੀ। ਦੁਬਾਰਾ ਫਿਰ ਸਤਿ ਸ਼੍ਰੀ ਅਕਾਲ। ਸਮਸਤ ਭਾਈਚਾਰੇ ਨੂੰ ਸਤਿ ਸ਼੍ਰੀ ਅਕਾਲ। ਤੇ ਜਦੋਂ ਆਪਾਂ ਭਾਵੇਂ ਵਿਦੇਸ਼ਾਂ 'ਚ ਸੁਰਜੀਤ ਭਾਜੀ ਬੈਠੇ ਹਾਂ ਕਿ ਸਾਡੀਆਂ ਜਿਹੜੀਆਂ ਸਾਡਾ ਦਿਲ ਹੈ ਉਹ ਧੜਕਦਾ ਰਹਿੰਦਾ ਹਰ ਵੇਲੇ। ਜਦੋਂ ਕੁਛ ਹੁਣ 26 ਤਰੀਕ ਨੂੰ ਹੋਇਆ ਜਾਂ ਕੁਛ ਵੀ ਵਾਪਰਦਾ ਤੇ ਦਿਲ ਸਾਡਾ ਧੜਕਦਾ, ਬਈ ਇਹ ਦੁੱਖ ਲੱਗਦਾ ਕਿ ਕਿਸਾਨ, ਸਾਡੀਆਂ ਮਾਤਾਵਾਂ, ਭੈਣਾਂ, ਮਜ਼ਦੂਰ, ਬੱਚੇ ਇੰਨੀ ਠੰਡ ਦੇ ਵਿੱਚ ਉੱਥੇ ਬੈਠੇ ਨੇ। ਇਸ ਦਾ ਗੱਲਬਾਤ ਅਸੀਂ ਥੋੜ੍ਹੀ ਜਿਹੀ ਇਹ ਕਰੀਏ, ਉਸ ਤੋਂ ਬਾਅਦ ਆਪਾਂ ਕਰਾਂਗੇ ਕਿ ਜਿਹੜੀ ਕਿਸਾਨੀ ਹੈ, ਜਿੱਥੇ ਅੰਦੋਲਨ ਅਸੀਂ ਕਰ ਰਹੇ ਹਾਂ, ਉਸ ਦੇ ਨਾਲ ਕਿਸਾਨੀ ਨੂੰ ਬਚਾਇਆ ਕਿਵੇਂ ਜਾਵੇ, ਇਸ ਦੀ ਗੱਲਬਾਤ ਕੀਤੀ ਜਾਵੇ। ਹਾਂਜੀ ਦੋਸਾਂਝ ਸਾਹਿਬ, 26 ਤਰੀਕ ਦੀਆਂ ਘਟਨਾਵਾਂ ਤਾਂ ਮੇਰੇ ਖਿਆਲ 'ਚ ਕੋਈ ਇਹੋ ਜਿਹਾ ਹੋਣਾ ਨਹੀਂ ਸ਼ਖਸ ਜਿਹਨੇ ਨਹੀਂ ਵੇਖੀਆਂ ਹੋਣੀਆਂ ਜੀ। ਸਾਡਾ ਜਿਹੜਾ ਇਹ ਸੈਗਮੈਂਟ ਹੈ ਨਾ ਖੇਤੀ ਦਾ, ਇਹ ਸਾਡਾ ਸੈਗਮੈਂਟ ਖੇਤੀ ਤੋਂ ਵੀ ਮੈਂ ਕਹਿੰਦਾ ਇਹ ਵਿਸ਼ਾਲ ਰੂਪ, ਵੱਡੇ ਰੂਪ ਦੇ ਵਿੱਚ ਅਸੀਂ ਕਰ ਰਹੇ ਹਾਂ। ਸਾਡਾ ਪ੍ਰੋਗਰਾਮ ਨਰੋਲ ਸਮੂਹ ਸਮਸਤ ਧਰਤੀ ਨੂੰ, ਧਰਤੀ ਦੇ ਨਾਲ ਨਾਲ ਪਾਣੀ ਨੂੰ, ਉਹ ਕਿਸੇ ਸਾਡਾ ਪ੍ਰੋਗਰਾਮ ਮੇਰੇ ਖਿਆਲ 'ਚ ਨਾ ਦੇਸ਼ਾਂ ਦੀਆਂ, ਨਾ ਧਰਮਾਂ ਦੀਆਂ, ਨਾ ਨੈਸ਼ਨਲਟੀਜ਼ ਦੀਆਂ, ਨਾ ਧਰਤੀ ਦੇ ਕਿਸੇ ਵੀ, ਨਾ ਫਿਰਕੇ, ਨਾ ਕੋਈ ਹੋਰ ਸੱਭਿਆਚਾਰਕ ਗਰੁੱਪ। ਸਾਡਾ ਸਮੁੱਚਾ ਪ੍ਰੋਗਰਾਮ ਮਨੁੱਖਤਾ ਲਈ ਹੈ ਜੀ, ਸਰਬੱਤ ਦੇ ਭਲੇ ਲਈ ਹੈ। ਔਰ ਇਹਦੇ ਵਿੱਚ ਛੋਟੀਆਂ ਕੰਧਾਂ ਨਹੀਂ ਆਉਂਦੀਆਂ। ਅਸੀਂ ਇਹ ਛੋਟੀਆਂ ਕੰਧਾਂ, ਛੋਟੀਆਂ ਵਲਗਣਾਂ ਤੋਂ ਉੱਪਰ ਉੱਠ ਕੇ ਪ੍ਰੋਗਰਾਮ ਕਰਨਾ ਹੈ। ਸਮੁੱਚੀ ਧਰਤੀ ਦੇ ਸਾਰੇ ਰੁੱਖ ਸਾਡੇ ਹੈ, ਸਮੁੱਚੀ ਧਰਤੀ ਦਾ ਸਾਰਾ ਪਾਣੀ ਸਾਡਾ ਹੈ, ਸਮੁੱਚੀ ਧਰਤੀ ਦੇ ਬੱਚੇ ਸਾਡੇ ਨੇ। ਅਸੀਂ ਇਹਨਾਂ ਚੀਜ਼ਾਂ ਨੂੰ ਬਚਾਉਣਾ ਹੈ। ਤਾਂ ਫਿਰ ਇਹ ਕਿਹਾ ਜਾਂਦਾ ਕਿ ਸਾਨੂੰ ਛੋਟੀਆਂ ਵਲਗਣਾਂ ਦੇ ਵਿੱਚ ਰਹਿ ਕੇ ਪ੍ਰੋਗਰਾਮ ਨਹੀਂ ਕੀਤੇ ਜਾਣੇ। ਜਿਵੇਂ ਗੁਰਬਾਣੀ 'ਚ ਲਿਖਿਆ ਨਾ ਵੀ ਜਿੱਤ ਦੁਆਰੇ ਉਭਰੈ ਤਿੱਤੀ ਲਏ ਉਵਾਰ। ਵਾਹ। ਵੀ ਜਿੱਥੇ ਵੀ ਕੋਈ ਚੰਗਾ ਬੰਦਾ ਆਉਂਦਾ ਹੈ ਉਹ ਸਾਡੇ ਲਈ ਮੈਨੂੰ ਪ੍ਰੋਗਰਾਮ ਪਿਛਲਾ ਸੁਣ ਕੇ ਮੇਰੇ ਇੱਕ ਪਾਕਿਸਤਾਨ ਤੋਂ ਵੀਰ ਦਾ ਫੋਨ ਆਇਆ। ਉਹਨਾਂ ਦਾ ਇੱਥੇ ਫਾਰਮ ਹੈ। ਉਹ ਕਹਿੰਦੇ ਜੀ ਪਾਣੀ ਸਾਡੇ, ਤੁਸੀਂ ਲਾਹੌਰ ਦੇ ਪਾਣੀ ਦੀ ਗੱਲ ਕੀਤੀ ਹੈ, ਤੁਸੀਂ ਬਹੁਤ ਵਧੀਆ ਗੱਲ ਕੀਤੀ, ਅਸੀਂ ਵੀ ਪ੍ਰੋਗਰਾਮ ਤੁਹਾਡੇ ਨਾਲ ਜੁੜਾਂਗੇ, ਕੀ ਕੀਤਾ ਜਾਵੇ। ਫਿਰ ਅਸੀਂ ਉਹਨੂੰ ਦੱਸਿਆ ਕਿ ਤੁਸੀਂ ਕਿਸੇ ਦੇ ਨਾਂ 'ਤੇ ਆਪਣੀ ਜ਼ਮੀਨ ਨਹੀਂ ਲਵਾਉਣੀ, ਤੁਸੀਂ ਕਿਸੇ ਨੂੰ ਕੁਛ ਦੇਣਾ ਨਹੀਂ, ਕੋਈ ਪਰਚੀ ਨਹੀਂ ਕਟਾਉਣੀ। ਤੁਸੀਂ ਆਪਣੀ ਜ਼ਮੀਨ ਦੇ ਵਿੱਚ ਇਹ ਵਾਅਦਾ ਕਰਨਾ ਹੈ, ਧਰਤੀ ਮਾਂ ਨਾਲ ਵਾਅਦਾ ਕਰਨਾ ਕਿ ਅਸੀਂ ਕੈਮੀਕਲ ਨਹੀਂ ਪਾਉਣਾ, ਅਸੀਂ ਇਹਨੂੰ ਖਰਾਬ ਨਹੀਂ ਕਰਨਾ, ਧਰਤੀ ਮਾਂ ਦੀ ਕੁੱਖ 'ਚ ਜ਼ਹਿਰ ਨਹੀਂ ਪਾਉਣੀ, ਸਾਡੀ ਰਸੋਈ ਜ਼ਹਿਰ ਦੇ ਵਿੱਚ ਜ਼ਹਿਰ ਨਾ ਆਵੇ। ਤਾਂ ਉਹ ਬੜੇ ਖੁਸ਼ ਹੋਏ। ਉਹ ਅੱਗੇਲੇ ਪ੍ਰੋਗਰਾਮਾਂ ਦੇ ਵਿੱਚ ਸਾਡੇ ਨਾਲ ਇੱਥੇ ਆਉਣਗੇ। ਉਸ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਸਰੋਤਿਆਂ ਨੂੰ ਇਹ ਗੱਲ ਦੱਸ ਦਿਆਂ ਕਿ ਮੈਨੂੰ ਕਿਸੇ ਰਿਟਾਇਰ ਹੋਏ ਟੀਚਰ ਦਾ ਫੋਨ ਆਇਆ, ਹੈਡ ਟੀਚਰ ਸੀ ਪੰਜਾਬ ਤੋਂ। ਉਹ ਕਹਿੰਦੇ ਜੀ ਅਸੀਂ ਤਾਂ ਹੁਣ ਰਿਟਾਇਰ ਹੋ ਗਏ। ਮੈਂ ਉਹਨਾਂ ਭਰਾਵਾਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਮੈਂ ਇੱਕ ਐਗਜ਼ਾਮਪਲ ਦਿੰਦਾ। ਇੱਕ ਬਖਤਾਵਰ ਸਿੰਘ ਬਰਾੜ ਹੈਗੇ ਨੇ, USA ਦੇ ਵਿੱਚ ਫਾਰਮਰ ਨੇ। ਦੋਸਾਂਝ ਸਾਹਿਬ, ਬਖਤਾਵਰ ਸਿੰਘ ਬਰਾੜ ਇੱਕ ਫਾਰਮਰ ਨੇ USA 'ਚ। ਉਹ 105 ਸਾਲ ਦੇ ਨੇ। 68 ਸਾਲ ਦੀ ਉਮਰ ਦੇ ਵਿੱਚ ਅਮਰੀਕਾ ਆ ਕੇ ਉਹ ਪੈਨਸ਼ਨ ਰਿਜ਼ਰਵ ਕਰਦੇ ਸੀ। ਉਹ ਕਹਿੰਦੇ ਮੈਂ ਪੈਨਸ਼ਨ ਨਹੀਂ ਲੈਣੀ ਕਿਉਂਕਿ ਮੈਂ ਇੱਥੇ ਅਰਨ ਨਹੀਂ ਕੀਤੀ, ਮੈਂ ਕੁਛ ਕੀਤਾ ਨਹੀਂ ਇਸ ਕੰਟਰੀ ਲਈ। ਉਹ ਕਹਿੰਦੇ ਕਿ ਜਦੋਂ 105ਵੇਂ ਸਾਲ ਦਾ ਜਨਮ ਦਿਨ ਮਨਾਇਆ ਨਾ ਉਹਨਾਂ ਨੇ, ਉਦੋਂ ਵੀ ਆਪਣੀ ਜੌਬ 'ਤੇ ਸੀ ਬਰਾੜ ਸਾਹਿਬ। ਹਾਂਜੀ। ਉਹ 7 ਵਜੇ ਸਵੇਰੇ ਕੰਮ 'ਤੇ ਆ ਕੇ 5 ਵਜੇ ਤੱਕ ਕੰਮ ਕਰਦੇ ਆ। ਔਰ ਉਹਨਾਂ ਦਾ ਕਹਿਣਾ ਪਤਾ ਕੀ ਸੀ? ਉਹ ਕਹਿੰਦੇ ਕਿ ਲਾਈਫ ਇਜ਼ ਐਕਟੀਵਿਟੀ ਤੇ ਐਕਟੀਵਿਟੀ ਇਜ਼ ਲਾਈਫ। ਤੇ ਦੂਜੀ ਜਿਹੜੀ ਗੱਲ ਉਹਨਾਂ ਨੇ ਕਹੀ ਨਾ, ਉਹ ਕਹਿੰਦੇ ਸੋਲਜਰ ਤੇ ਫਾਰਮਰ ਕਦੇ ਬੈੱਡ 'ਚ ਪੈ ਕੇ ਨਹੀਂ ਮਰਦੇ, ਉਹ ਕਦੇ ਰਿਟਾਇਰ ਨਹੀਂ ਹੁੰਦੇ। ਉਹ ਮੈਂ ਦੇਖੀ ਸਪੀਚ, ਕਮਾਲ ਕਰਤੀ ਜੀ, ਕਮਾਲ ਕਰ। ਤਾਂ ਮੈਂ ਜਿਹੜੇ ਮੇਰੇ ਰਿਟਾਇਰ ਹੋਏ ਜਿਹੜੇ ਸਾਡੇ ਲੋਕ ਹੈ, ਉਹ ਮੈਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ। ਉਹ ਜਿੱਥੇ ਜਿੱਥੇ ਵੀ ਸਾਡੇ ਡਾਇਸਪੋਰਾ 'ਚ ਜਿੱਥੇ ਜਿੱਥੇ ਉਹ ਆਵਾਜ਼ ਸਾਡੀ ਸੁਣਦੇ ਆ, ਉਹ ਤੁਸੀਂ ਕਦੀ ਵੀ ਰਿਟਾਇਰ ਨਹੀਂ ਹੁੰਦੇ, ਤੁਸੀਂ ਕਦੇ ਵੀ ਕਿਰਤ ਕਰਨੀ ਨਹੀਂ ਬੰਦ ਕਰਨੀ। ਜਿਹੜੇ ਹੱਥ ਹੈ ਨਾ ਸਾਡੇ, ਮੈਂ ਇੱਕ ਤੁਹਾਨੂੰ, ਮੈਨੂੰ ਫਿਰ ਉਹ ਹਿਸਟਰੀ ਦੀ ਗੱਲ ਯਾਦ ਆ ਜਾਂਦੀ ਹੈ। 5ਵੇਂ ਪਾਤਸ਼ਾਹ ਦੇ ਕੋਲ ਕੁਝ ਘੋੜਿਆਂ 'ਤੇ ਚੜ੍ਹੇ ਤੇ ਚਿੱਟੇ ਕੱਪੜਿਆਂ ਵਾਲੇ ਲੋਕ ਆ ਗਏ
ਕਹਿੰਦੇ ਅਸੀਂ ਸਿੱਖ ਬਣਨਾ ਹੈ। ਗੁਰੂ ਮਹਾਰਾਜ ਨੂੰ ਕਹਿੰਦੇ ਵੀ ਕੰਮ ਕੀ ਕਰਦੇ ਹੋ ਤੁਸੀਂ? ਕਹਿੰਦੇ ਜੀ ਚਿੱਟੇ ਕੱਪੜੇ ਪਾਉਣੇ ਆ, ਘੋੜਿਆਂ ਤੇ ਚੜ੍ਹਦੇ ਆ, ਫੈਸਲੇ ਕਰਾਉਣੇ ਲੋਕਾਂ ਦੇ, ਚੌਧਰਪੁਣਾ ਕਰਦੇ ਆ ਅਸੀਂ। ਗੁਰੂ ਮਹਾਰਾਜ ਕਹਿੰਦੇ ਵੀ ਇਹ ਕੋਈ ਕਿਰਤ ਨਹੀਂ ਹੈਗੀ ਜਿਹੜੀ ਤੁਸੀਂ ਕਰਦੇ ਆ, ਪਹਿਲਾਂ ਕਿਰਤ ਕਰੋ। ਸੋ ਜਿਹੜੇ ਬਿਨ ਸੇਵਾ ਹੱਥ ਪੈਰ ਧਿਰਗ ਨੇ, ਸੋ ਤੁਸੀਂ ਜੌਬ ਤੋਂ ਰਿਟਾਇਰ ਹੋਏ ਹੋ, ਜ਼ਿੰਦਗੀ ਤੋਂ ਰਿਟਾਇਰ ਥੋੜ੍ਹੋ ਹੋਏ ਹੋ। ਸੋ ਮੈਂ ਉਹਨਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਲੋਕ ਹੈ, ਬਹੁਤ ਸਾਰੇ ਅਫੀਸਰ ਸਾਹਿਬਾਨ, ਬਿਊਰੋਕਰੈਟਸ, ਵੱਡੀਆਂ ਵੱਡੀਆਂ ਪਦਵੀਆਂ 'ਤੇ ਕੰਮ ਕਰ ਚੁੱਕੇ, ਜਿਹੜੇ ਟ੍ਰੇਨਡ ਬ੍ਰੇਨ ਨੇ, ਵੱਖ-ਵੱਖ ਥਾਵਾਂ 'ਤੇ ਕੰਮ ਕਰ ਚੁੱਕੇ ਨੇ, ਮੈਂ ਉਹਨਾਂ ਨੂੰ ਕਹਿਣਾ ਕਿ ਆਪਾਂ ਜੁੜੋ, ਆਪਾਂ ਆਪਣੀ ਸਮੁੱਚੀ ਧਰਤੀ ਬਚਾਓ, ਆਪਾਂ ਪਾਣੀ ਬਚਾਓ, ਆਪਾਂ ਕਿਸਾਨ ਬਚਾਓ। ਜੇ ਛੋਟਾ ਕਿਸਾਨ ਬਚੂਗਾ ਤਾਂ ਕਾਰਪੋਰੇਟ ਵਰਲਡ ਨੂੰ ਟੱਕਰ ਦੇ ਦਿਆਂਗੇ। ਔਰ ਮੈਂ ਤੁਹਾਨੂੰ ਦੱਸਦਾ ਕਿ ਮੈਂ ਅੱਜ ਜਿਨ੍ਹਾਂ ਦੀ ਅਸੀਂ ਗੱਲ ਕਰਨੀ ਹੈ ਨਾ ਪ੍ਰੋਗਰਾਮ 'ਚ, ਉਹਨਾਂ ਦਾ ਨਾਂ ਹੈ ਰਮਣੀਕ ਸਿੰਘ ਟਵਾਣਾ। ਥੋੜ੍ਹੀ ਜਿਹੀ ਬੈਕਗਰਾਊਂਡ ਮੈਂ ਦੱਸਣੀ ਚਾਹਾਂਗਾ। ਅਸੀਂ ਇਕੱਠਿਆਂ ਨੇ ਤਕਰੀਬਨ ਵਕਾਲਤ ਸ਼ੁਰੂ ਕੀਤੀ ਸੀ ਹਾਈ ਕੋਰਟ 'ਚ। ਇਹਨਾਂ ਦੇ ਦਾਦਾ ਜੀ CS ਟਵਾਣਾ ਜਸਟਿਸ ਸੀਗੇ ਹਾਈ ਕੋਰਟ ਦੇ। ਤਾਂ ਉਹ ਨਿਊਜ਼ੀਲੈਂਡ ਚਲੇ ਗਏ। ਇੱਕ ਵਾਰੀ ਟਰਾਂਸਫਰਮੇਸ਼ਨ ਹੋਈ ਲਾਈਫ ਦੀ ਵੀ ਆਪਣੀਆਂ ਜੜ੍ਹਾਂ ਕਿੱਥੇ ਹੈ। ਜੇ ਆਪਣੀਆਂ ਜੜ੍ਹਾਂ ਨਾ ਸੰਭਾਲੀਆਂ ਤਾਂ ਫਿਰ ਕੀ ਖੱਟਿਆ ਤੇ ਕੀ ਕਮਾਇਆ। ਜਿਵੇਂ ਅਸੀਂ ਗੱਲ ਕਰਦੇ ਹਾਂ ਨਾ ਕਿ ਪ੍ਰਵਾਸੀ ਆਇਆ ਸੀ ਕਮਾਉਣ ਤੇ ਗਵਾ ਗਿਆ। ਨਿਊਜ਼ੀਲੈਂਡ 'ਚ 13 ਸਾਲ ਰਹੇ। 13 ਸਾਲ ਤੋਂ ਬਾਅਦ ਵਾਪਸ ਆ ਕੇ ਫਿਰ ਖੇਤਾਂ ਨਾਲ ਜੁੜੇ ਔਰ ਬਿਨਾਂ ਰੇਹ ਸਪਰੇ ਦੀ ਖੇਤੀ ਆਪ ਕੀਤੀ। ਆਪਣੀ ਰਸੋਈ ਵਿੱਚੋਂ ਜ਼ਹਿਰ ਬਾਹਰ ਕੱਢੀ, ਦੋਸਤਾਂ ਦੀ ਰਸੋਈ 'ਚੋਂ ਜ਼ਹਿਰ ਬਾਹਰ ਕੱਢੀ, ਔਰ ਤਨੋ ਮਨੋ ਧਨੋ ਧਰਤੀ ਨੂੰ ਬਚਾਉਣ ਵਾਸਤੇ ਇਹ ਖੇਤਾਂ ਦੇ ਪੁੱਤ ਹੈ। ਉਹ ਲੱਗ ਪਏ। ਉਹਨਾਂ ਨੇ ਨਾ ਇਹ ਕੰਮ ਕਰਕੇ ਵਿਖਾਇਆ, ਕਿਹਾ ਨਹੀਂ, ਉਹ ਜੀਵਨ ਜਿਉਂ ਕੇ ਵਿਖਾਇਆ, ਇਕੱਲਿਆ ਉਪਦੇਸ਼ ਨਹੀਂ ਦਿੱਤੇ। ਖੇਤਾਂ ਨਾਲ ਜੁੜੇ ਔਰ ਇੱਕ ਜਿਹੜੀ ਖਾਲਿਸ ਆਰਗੈਨਿਕ ਕਲੈਕਟਿਵ ਨਾਂ ਦੀ ਨਾ ਇੱਕ ਉਹਨਾਂ ਨੇ ਇੱਕ ਆਪਣੀ ਮਤਲਬ ਗਰੁੱਪ ਬਣਾਇਆ, ਜਿਹਦੇ 'ਚ ਬਿਲਕੁਲ ਪਿਓਰ ਤੁਹਾਨੂੰ ਦਾਲਾਂ, ਤੁਹਾਨੂੰ ਅਨਾਜ, ਤੁਹਾਨੂੰ ਤੇਲ ਬੀਜ। ਔਰ ਮੋਰਓਵਰ ਮੈਨੂੰ ਬੜੀ ਖੁਸ਼ੀ ਹੋਈ, ਮੈਂ ਤੁਸੀਂ ਸੱਚ ਜਾਣਿਓ, ਉਹ ਕਹਿੰਦੇ ਕਿ ਸਾਡੇ ਕੋਲੇ ਬਿਲਕੁਲ ਇੱਥੋਂ ਦੀਆਂ ਲੋਕਲ ਨਸਲ ਦੀਆਂ ਗਾਵਾਂ ਔਰ ਜਿਸ ਤਰ੍ਹਾਂ ਜੰਗਲੀ ਤਰੀਕੇ ਨਾਲ ਪਾਲੀਆਂ ਜਾਂਦੀਆਂ, ਜੰਗਲੀ ਘਾਹ ਖਾਂਦੀਆਂ, ਉਹਨਾਂ ਦਾ ਦੁੱਧ ਤੇ ਉਹਨਾਂ ਦਾ ਘਿਓ ਵੀ ਉਹ ਪ੍ਰੋਡਿਊਸ ਕਰਦੇ ਆ। ਵਾਹ। ਮੈਂ ਚਾਹੂੰਗਾ ਕਿ ਇਸ ਤਰ੍ਹਾਂ ਦੇ ਕਰਮਯੋਗੀ ਬੰਦੇ ਜੀ ਜਿਨ੍ਹਾਂ ਨੇ ਕਰਮ ਕੀਤਾ ਹੈ ਤਾਂ ਉਹਨਾਂ ਨੂੰ ਆਪਾਂ ਲੈ ਕੇ ਆਈਏ। ਤੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਸਰਦਾਰ ਰਮਣੀਕ ਸਿੰਘ ਟਵਾਣਾ ਹੋਰਾਂ ਨੂੰ। ਟਵਾਣਾ ਸਾਹਿਬ, ਸਾਂਝਾ ਪੰਜਾਬ ਰੇਡੀਓ TV ਟੋਰਾਂਟੋ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ। ਹਾਂਜੀ ਵੀਰ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਵਾਸਤੇ ਸਮਾਂ ਕੱਢਿਆ ਇੰਨੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ। ਬਹੁਤ ਬਹੁਤ ਸ਼ੁਕਰੀਆ ਬਾਈ ਜੀ। ਮੈਂ ਤੁਹਾਡਾ ਸਗੋਂ ਧੰਨਵਾਦੀ ਹਾਂ ਵੀ ਤੁਸੀਂ ਮੈਨੂੰ ਇਸ ਵਿੱਚ ਇਸ ਗੱਲ ਬਾਤ ਸ਼ਾਮਿਲ ਕੀਤਾ ਜੀ। ਹਾਂਜੀ ਵੀਰ ਜੀ। ਹਾਂਜੀ ਜੀ ਭਾਜੀ। ਟਵਾਣਾ ਸਾਹਿਬ, ਤੁਸੀਂ ਦੱਸੋ ਵੀ ਕਿਵੇਂ ਸਫ਼ਰ ਸ਼ੁਰੂ ਹੋਇਆ? ਨਿਊਜ਼ੀਲੈਂਡ 'ਚ ਬੜੀ ਸੋਹਣੀ ਲਾਈਫ ਸੀ, ਉੱਥੋਂ ਛੱਡ ਕੇ ਕੀ ਕਾਰਨ ਬਣੇ? ਆਪਣੀ ਧਰਤੀ ਨਾਲ ਜੁੜੇ, ਆਪਣੇ ਸੱਭਿਆਚਾਰ ਨਾਲ ਜੁੜੇ, ਤੇ ਫਿਰ ਆਪਣੇ ਲੋਕਾਂ ਲਈ ਇੱਕ ਚਾਨਣ ਮਰਾਰ ਬਣ ਕੇ, ਇੱਕ ਐਗਜ਼ੈਂਪਲ ਬਣ ਕੇ ਪੇਸ਼ ਆ ਰਹੇ ਹੋ। ਬੜਾ ਔਖਾ ਕੰਮ ਹੈ, ਸੋਹਣੀਆਂ ਜੌਬਾਂ, ਸੋਹਣੇ ਸ਼ਹਿਰ 'ਚ ਬੈਠੇ ਸੀ, ਤੇ ਇਹ ਕੀ ਚੱਕਰ ਹੈ ਵੀ ਕਿਵੇਂ ਮਿੱਟੀ ਨਾਲ ਕਿਵੇਂ ਜੁੜੇ ਤੁਸੀਂ? ਸੋ ਇਹ ਮੇਰੀ ਵਾਪਸੀ ਹੋਈ ਹੈ ਜੀ 2014 ਚ ਤਬਸਣੇ ਅਸੀਂ ਵਾਪਸ ਆਉਂਦੇ ਹਾਂ। ਸੋ ਵਾਪਸ ਆਉਣ ਦਾ ਕਾਰਨ ਤਾਂ ਕੁਛ ਘਰੇਲੂ ਕਹਿ ਲਓ ਵੀ ਮਜਬੂਰੀਆਂ ਜਾਂ ਘਰੇਲੂ ਹਾਲਾਤ ਸੀਗੇ ਵੀ ਜਿਹਨਾਂ ਵਜ੍ਹਾ ਕਰਕੇ ਮੈਨੂੰ ਵਾਪਸ ਆਉਣਾ ਪਿਆ। ਪਰ ਇਹ ਵੀ ਮਹਾਰਾਜ ਦੀ ਸਗੋਂ ਬਖਸ਼ਿਸ਼ ਹੀ ਸੀਗੀ ਜੀ। ਤੇ ਹੁਣ ਤਾਂ ਕਹਿ ਲਓ ਵੀ ਕਿਤੇ ਹੋਰ ਜਾਣ ਨੂੰ ਜੀਓ ਹੀ ਨਹੀਂ ਕਰਦਾ, ਕਿਉਂਕਿ ਇੱਥੇ ਦੀ ਮਿੱਟੀ, ਇੱਥੇ ਦੇ ਵਾਤਾਵਰਨ, ਇੱਥੇ ਦੇ ਸੱਭਿਆਚਾਰ, ਲੋਕਾਂ, ਬੋਲੀ, ਇਹਨਾਂ ਨਾਲ ਇੰਨਾ ਡੂੰਘਾ ਰਿਸ਼ਤਾ ਜੋ ਸਬੱਬੀ ਉਹ ਤਾਂ ਚਲੋ ਜਨਮ ਤੋਂ ਹੀ ਮਿਲਿਆ ਸੀਗਾ, ਪਰ ਇੱਕ ਵਾਰੀ ਫੇਰ ਮੁੜ ਕੇ ਇੱਕ ਨਵੇਂ ਤਰੀਕੇ ਨਾਲ ਇਹ ਸਭ ਨਾਲ ਜੁੜਨ ਦਾ ਮੌਕਾ ਮਿਲਿਆ। ਤੇ ਮੈਨੂੰ ਬਹੁਤ ਖੁਸ਼ੀ ਹੈ ਵੀ ਅਸੀਂ ਸਾਰਾ ਟੱਬਰ ਸਣੇ ਮੁੜ ਕੇ ਆਏ। ਬੱਚੇ ਛੋਟੇ ਸੀਗੇ ਤੇ ਉਹਨਾਂ ਦੀਆਂ ਵੀ ਜੜ੍ਹਾਂ ਇਸੇ ਸੱਭਿਆਚਾਰ ਤੇ ਇਸੇ ਧਰਤੀ 'ਚ ਲੱਗੀਆਂ। ਹੁਣ ਗਾਹਾਂ ਨੂੰ ਭਾਵੇਂ ਜਿੱਥੇ ਮਰਜ਼ੀ ਹੋ ਜਾਣ, ਘੱਟੋ ਘੱਟ ਉਹਨਾਂ ਦੀਆਂ ਜੜ੍ਹਾਂ ਹੁਣ ਲੱਗ ਚੁੱਕੀਆਂ ਨੇ, ਜਿਹਦੀ ਮੈਨੂੰ ਬੇਹੱਦ ਖੁਸ਼ੀ ਹੈ। ਇੱਕ ਟਵਾਣਾ ਸਾਹਿਬ ਹੋਰ ਸੀ ਗੱਲ ਕਿ ਇੱਕ ਮਿੰਟ, ਮੈਂ ਆਪਣੇ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਟਵਾਣਾ ਸਾਹਿਬ ਦੀ ਪਿਕਚਰ ਜਿਹੜੀ ਉਹ TV ਦੇ ਉੱਤੇ ਲਗਾਈ ਜਾਵੇ, ਜਿੱਥੇ
ਮੈਂ ਸਟੂਡੀਓ 'ਚ ਹਾਜ਼ਰ ਹਾਂ, ਸੁਜੀਤ ਸਿੰਘ ਜੀ ਤੇ ਨਾਲ ਨਾਲ ਰਾਮ ਪਵਾਰ ਜੀ ਵੀ ਸਟੂਡੀਓ ਵਿੱਚ ਹਾਜ਼ਰ ਨੇ। ਅਸੀਂ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ। ਤੇ ਸੁਜੀਤ ਸਿੰਘ ਜੀ ਟਵਾਣਾ ਸਾਹਿਬ, ਹਾਂਜੀ। ਇੱਕ ਗੱਲ ਹੋਰ ਸੀ ਕਿ ਜਿਵੇਂ ਅਸੀਂ ਜਿਹੜੇ ਲੋਕ ਆ ਇੱਥੇ ਉਹ ਅਸੀਂ ਸਾਰੀ ਜ਼ਹਿਰ ਵਾਲਾ ਖਾਣਾ ਖਾਂਦੇ ਆ ਜਿਨ੍ਹਾਂ ਦੇ ਵਿੱਚ ਨਿਊਟ੍ਰੀਐਂਟਸ ਨਹੀਂ ਹੁੰਦੇ ਬਿਲਕੁਲ, ਜਿਹਦੇ ਹੋਰ ਤਰ੍ਹਾਂ ਦੇ ਕਾਫੀ ਮਤਲਬ ਜਿਵੇਂ ਅਸੀਂ ਦੁੱਧ ਵੀ ਬੜਾ ਮਤਲਬ ਪੀਂਦੇ ਆ ਜਿਹਦੇ ਕਰਕੇ ਲੜਕੀਆਂ ਦੇ ਵਾਲ ਆ ਰਹੇ ਆ, ਹੋਰ ਕਾਫੀ ਤਰ੍ਹਾਂ ਦੇ ਜਿਹੜੇ ਨਾ ਮਤਲਬ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਨੇ। ਤੁਸੀਂ ਮਤਲਬ ਜਿਹੜੇ ਪੰਜਾਬ 'ਚ ਬੈਠੇ ਹੋ ਔਰ ਇੱਕ ਜਿਹੜੀ ਆਪਣੀ ਤੁਸੀਂ ਜਿਹੜੀ ਗਰੁੱਪ ਬਣਾਇਆ ਹੋਇਆ ਹੈ ਜਿਹਦਾ ਤੁਸੀਂ ਨਾਂ ਰੱਖਿਆ ਖਾਲਸ ਆਰਗੈਨਿਕ ਕਲੈਕਟਿਵ, ਤੁਸੀਂ ਤੇ ਅਸੀਂ ਇੱਥੋਂ ਦੇ ਲੋਕ, ਸਾਡਾ ਪ੍ਰਵਾਸੀ ਡਾਇਸਪੋਰਾ ਕਿਵੇਂ ਜੁੜ ਸਕਦਾ ਹੈ? ਤੁਸੀਂ ਸਾਨੂੰ ਗੁੱਡ ਫੂਡ ਲੈਣ ਦੇ ਵਿੱਚ ਸਾਨੂੰ ਕੀ ਚੀਜ਼ਾਂ ਭੇਜ ਸਕਦੇ ਹੋ ਜੇ ਤੁਸੀਂ ਇਹਨੂੰ ਵੱਡੇ ਰੂਪ 'ਚ ਵੇਖਦੇ ਹਾਂ ਤਾਂ ਆਪਾਂ, ਕਿਉਂਕਿ ਸਾਡੇ ਲੋਕ ਪੇਇੰਗ ਕਪੈਸਿਟੀ ਰੱਖਦੇ ਆ ਔਰ ਉਹ ਚਾਹੁੰਦੇ ਆ ਕਿ ਪੈਸੇ ਅਸੀਂ ਖਰਚ ਸਕਦੇ ਹਾਂ ਪਰ ਸਾਡੀ ਕਿਚਨ ਵਿੱਚ, ਸਾਡੀ ਰਸੋਈ ਵਿੱਚ ਜ਼ਹਿਰ ਨਾ ਆਵੇ। ਸਾਡੀ ਮਦਦ ਕਿਵੇਂ ਹੋ ਸਕਦੀ ਹੈ ਪੰਜਾਬ ਬੈਠੇ ਲੋਕਾਂ ਤੋਂ? ਜੀ ਜ਼ਰੂਰ। ਸੋ ਇੱਕ ਤਾਂ ਆਪਣੇ ਜੋ ਪੰਜਾਬੀ ਭਾਈਚਾਰਾ ਹੈ, ਭਾਵੇਂ ਦੁਨੀਆ ਜਿੱਥੇ ਮਰਜ਼ੀ ਉਹ ਵਸਦਾ ਹੋਵੇ, ਉਹਦੀਆਂ ਪੰਜਾਬ ਨਾਲ ਤੰਦਾਂ ਬਹੁਤ ਮਜ਼ਬੂਤ ਚੱਲਦੀਆਂ ਨੇ। ਤੇ ਉਹ ਹਾਲੇ ਜਿੱਥੇ ਮਰਜ਼ੀ ਬੈਠਾ ਹੋਵੇ ਉਹ ਕਿਸੇ ਨਾ ਕਿਸੇ ਰੂਪ ਨਾਲ ਆਪਣੀ ਧਰਤੀ, ਆਪਣੀ ਬੋਲੀ, ਆਪਣੇ ਸੱਭਿਆਚਾਰ, ਆਪਣੇ ਲੋਕਾਂ ਨਾਲ ਕਿਸੇ ਲੋਟ ਜੁੜਿਆ ਹੋਇਆ ਤੇ ਹਮੇਸ਼ਾ ਉਹਦੀ ਤਾਂਘ ਰਹਿੰਦੀ ਹੈ ਵੀ ਮੈਂ ਪੰਜਾਬ ਵਾਸਤੇ ਕੁਛ ਕਰ ਸਕਾਂ। ਸੋ ਮੈਂ ਥੋੜਾ ਜਿਹਾ ਸਮਾਂ ਲਾ ਕੇ ਮੈਂ ਖਾਲਸ ਆਰਗੈਨਿਕ ਕਲੈਕਟਿਵ ਬਾਰੇ ਦੱਸ ਦਿੰਦਾ ਜੀ। ਸੋ ਅਸੀਂ ਇੱਕ ਆਰਗੈਨਿਕ ਕਿਸਾਨਾਂ ਦਾ ਸਮੂਹ ਆ। ਸੋ ਸਫ਼ਰ ਤਾਂ ਮੇਰਾ ਕੱਲਿਆਂ ਦਾ ਸ਼ੁਰੂ ਹੋਇਆ, ਫਿਰ ਹੌਲੀ ਹੌਲੀ ਜਿਹੜੇ ਹੋਰ ਹਮਖਿਆਲ ਲੋਕੀ ਨੇ ਉਹਨਾਂ ਬਾਰੇ ਪਤਾ ਲੱਗਿਆ। ਸੋ ਹੌਲੀ ਹੌਲੀ ਅਸੀਂ ਜੁੜਦੇ ਗਏ। ਸੋ ਹੁਣ ਅਸੀਂ ਤਕਰੀਬਨ 25 ਤੋਂ 30 ਆਰਗੈਨਿਕ ਕਿਸਾਨਾਂ ਦਾ ਸਮੂਹ ਆ ਜਿਹੜਾ ਮੁੱਖ ਤੌਰ ਤੇ ਪੰਜਾਬ ਦੇ ਵਾਸੀ ਹੈ। ਤੇ ਅਸੀਂ ਰਲ ਕੇ ਫਿਰ ਜੋ ਫਸਲ ਜਾਂ ਜੋ ਅਸੀਂ ਉਤਪਾਦ ਪੈਦਾ ਕਰਦੇ ਹਾਂ ਜਾਂ ਮਾੜੀ ਮੋਟੀ ਜੋ ਪ੍ਰੋਸੈਸਿੰਗ ਕਰਦੇ ਹਾਂ, ਸੋ ਉਹਦਾ ਜਿਹੜਾ ਮੰਡੀਕਰਨ ਦਾ ਉਪਰਾਲਾ ਹੈ ਉਹ ਅਸੀਂ ਸਾਂਝੇ ਰੂਪ ਤੇ ਕਰਦੇ ਹਾਂ। ਸੋ ਇਸ ਤਹਿਤ ਇੱਕ ਤਾਂ ਚੰਡੀਗੜ੍ਹ ਅਸੀਂ ਹਫ਼ਤੇ 'ਚ ਇੱਕ ਵਾਰੀ ਆਰਗੈਨਿਕ ਕਿਸਾਨ ਮੰਡੀ ਲਾਉਂਦੇ ਹਾਂ ਜੀ, ਤੇ ਹਫ਼ਤੇ 'ਚ ਇੱਕ ਵਾਰੀ ਮੋਹਾਲੀ ਵਿਖੇ ਅਸੀਂ ਆਰਗੈਨਿਕ ਕਿਸਾਨ ਮੰਡੀ ਕਰਦੇ ਹਾਂ। ਇਸ ਤੋਂ ਇਲਾਵਾ ਇੱਕ ਸਾਡੇ ਕੋਲੇ ਇੱਕ ਅਸੀਂ ਰੀਟੇਲ ਸਟੋਰ ਵੀ ਖੋਲ੍ਹਿਆ ਹੋਇਆ ਚੰਡੀਗੜ੍ਹ ਜੀ, ਜਿੱਥੇ ਅਸੀਂ ਸਾਰਾ ਆਪਦਾ ਸੌਦਾ ਰੱਖੀਦਾ ਤੇ ਉੱਥੋਂ ਫਿਰ ਇਹ ਜਿਹੜੀ ਸੇਲ ਐਕਟੀਵਿਟੀ ਹੁੰਦੀ ਹੈ ਜੀ। ਸੋ ਹੁਣ ਮੈਂ ਉਹਨਾਂ ਜਿਹੜਾ ਤੁਹਾਡਾ ਸਵਾਲ ਸੀਗਾ ਵੀ ਜਿਹੜੇ ਬਾਹਰਲੇ ਬੈਠੇ ਲੋਕ ਉਹ ਕਿਵੇਂ ਜੁੜ ਸਕਦੇ ਨੇ ਜੀ। ਸੋ ਅਸੀਂ ਤਾਂ ਹਮੇਸ਼ਾ ਹੀ ਇਹ ਕਹਿ ਲਓ ਵੀ ਤਾਂਘ 'ਚ ਰਹਿੰਦੇ ਹਾਂ ਵੀ ਸਾਡੇ ਕੰਮ ਕਰਨ ਦਾ ਦਾਇਰਾ ਵਧੇ, ਤੇ ਉਹ ਤਾਂ ਹੀ ਵਧੂਗਾ ਜਦੋਂ ਸਾਡੀ ਸੇਲ ਵਧੂਗੀ, ਜਦੋਂ ਸਾਨੂੰ ਲੋਕੀ ਸਪੋਰਟ ਕਰਨਗੇ। ਸੋ ਕਿਉਂਕਿ ਜਦੋਂ ਵੀ ਸਾਡੇ ਕੋਲੇ ਕੋਈ ਵੀ ਚੀਜ਼ ਖਰੀਦੀ ਜਾਂਦੀ ਹੈ ਉਹਦਾ 75 ਤੋਂ 80% ਉਹਦੀ ਜੋ ਰੀਟੇਲ ਪ੍ਰਾਈਸ ਹੈ, ਮੈਂ ਉਹਦੀ ਮੰਡੀ ਦੀ ਕੀਮਤ ਨਹੀਂ ਕਹਿੰਦਾ, ਉਹਦੀ ਪਰਚੂਨ ਦੀ ਕੀਮਤ, ਉਹਦੀ ਰੀਟੇਲ ਪ੍ਰਾਈਸ ਵਾਪਸ ਸਿੱਧੇ ਕਿਸਾਨ ਦੀ ਜੇਬ 'ਚ ਜਾਂਦੀ ਹੈ ਜੀ। ਸੋ ਜਿਵੇਂ ਜਿਵੇਂ ਸਾਡਾ ਕਾਰਜ ਖੇਤਰ ਵਧੂਗਾ, ਜਿਵੇਂ ਜਿਵੇਂ ਸਾਡਾ ਕੰਮ ਵਧੂਗਾ, ਇਹ ਸਿੱਧਾ ਫਾਇਦਾ ਇਹ ਜਿਹੜਾ ਪੰਜਾਬ ਦੀ ਕਿਸਾਨੀ ਦਾ ਹੋਊਗਾ ਜੀ। ਕਿਉਂਕਿ ਅਸੀਂ ਇੱਕ ਡਾਇਰੈਕਟ ਮਾਰਕੀਟਿੰਗ ਇਨੀਸ਼ੀਏਟਿਵ ਹੈਗਾ, ਅਸੀਂ ਵਿੱਚ ਆਪਦੇ ਕੋਈ ਸਾਡੇ ਵਿੱਚ ਵਿਚੋਲਾ ਨਹੀਂ ਗਾ, ਕੋਈ ਸਾਡੇ ਕੋਈ ਵਿੱਚ ਆੜ੍ਹਤੀਆ ਨਹੀਂ ਗਾ, ਤੇ ਸੋ ਅਸੀਂ ਸਾਰੇ ਸਰਟੀਫਾਈਡ ਆਰਗੈਨਿਕ ਕਿਸਾਨ ਆ। ਸੋ ਅਸੀਂ ਇਹ ਨਹੀਂ ਆਪਦੇ ਆਪ ਨੂੰ ਇਹ ਨਹੀਂ ਗਾ ਵੀ ਆਪਦੇ ਆਪ ਨੂੰ ਤਸਦੀਕ ਕਰਦੇ ਆ। ਸਾਡਾ ਥਰਡ ਪਾਰਟੀ ਆਡਿਟ ਹੁੰਦੀ ਹੈ, ਥਰਡ ਪਾਰਟੀ ਸਰਟੀਫਿਕੇਸ਼ਨ ਹੈਗੀ ਹੈ ਜੀ ਸਾਡੇ ਕੋਲੇ। ਤੇ ਸੋ ਸਾਨੂੰ ਤਾਂ ਬੇਹੱਦ ਖੁਸ਼ੀ ਹੋਊਗੀ ਜਿਵੇਂ ਜਿਵੇਂ ਸਾਡੇ ਨਾਲ ਲੋਕੀ ਜੁੜਦੇ ਨੇ ਤੇ ਸਾਡੇ ਕਾਰਜ ਖੇਤਰ ਵੱਧਦਾ ਹੈ, ਤੇ ਇਸ ਨਿਸ਼ਚੇ ਹੀ ਸਾਡੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਬਹੁਤ ਹੱਲਾਸ਼ੇਰੀ ਮਿਲੂਗੀ ਇਸ ਗੱਲ ਤੋਂ। ਸੋ ਤੁਹਾਡਾ ਕਹਿਣ ਦਾ ਮਤਲਬ, ਜਾਂ ਮੈਨੂੰ ਇਹ ਲੱਗਦਾ ਕਿ ਜਿਹੜੇ ਲੋਕ ਸਾਡੇ ਹਿੰਦੁਸਤਾਨ ਪੰਜਾਬ ਦੀਆਂ ਆਰਗੈਨਿਕ ਚੀਜ਼ਾਂ ਘਰੇ ਲਿਆ ਕੇ ਖਾਣਗੇ, ਵਰਤਣਗੇ, ਆਪਣੇ ਬੱਚਿਆਂ ਨੂੰ ਜ਼ਹਿਰ ਮੁਕਤ ਫੂਡ ਦੇਣਗੇ ਜੀ, ਉਹ ਵੀ ਕਿਸਾਨੀ ਨੂੰ ਬਚਾਉਣ ਦਾ ਇੱਕ ਬਹੁਤ ਵੱਡਾ ਉਪਰਾਲਾ ਹੋਣਾ ਹੈ। ਕਿਉਂਕਿ ਮੇਰੇ ਖਿਆਲ 'ਚ ਨਾ ਜਿਹੜੇ ਕੁਛ ਤਾਂ ਲੋਕ ਉੱਥੇ ਤੁਸੀਂ ਬੈਠੇ ਹੋ ਜਿਹੜੇ ਧਰਤੀ ਬਚਾ ਰਹੇ ਹੋ, ਪਾਣੀ ਬਚਾ ਰਹੇ ਹੋ, ਔਰ ਜੇ ਅਸੀਂ ਯੂਜ਼ ਕਰਾਂਗੇ ਤੁਹਾਡੀਆਂ ਚੀਜ਼ਾਂ ਤਾਂ ਮੇਰੇ ਖਿਆਲ 'ਚ ਕਿ ਆਰਗੈਨਿਕ ਦੀ ਡਿਮਾਂਡ ਵਧੇਗੀ ਔਰ ਉੱਥੋਂ ਦੀ ਸਾਡੀ ਕਿਸਾਨੀ ਦੇ ਕੋਲੇ ਪੈਸਾ ਆਊਗਾ।
ਖੇਤੀ ਕਰਨਾ ਵੀ ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਕਦਮ ਹੈ, ਔਰ ਖੇਤੀ ਦੇ ਵਿੱਚੋਂ ਪਿਓਰ ਪ੍ਰੋਡਿਊਸ ਯੂਜ਼ ਕਰਨਾ ਵੀ ਘਰੇ, ਇਹ ਵੀ ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਕਦਮ ਹੈ, ਕਿਉਂਕਿ ਸਾਡੀਆਂ ਲੋੜਾਂ ਨਾਲ ਜੁੜਿਆ ਹੋਇਆ ਹੈ ਜੀ। ਤੇ ਟਵਾਣਾ ਸਾਹਿਬ, ਫਿਰ ਤੁਸੀਂ ਸਾਡੇ ਇੱਥੇ ਜਿਹੜੇ ਲੋਕ ਨੇ, ਗਰੋਸਰੀ ਸਟੋਰਸ ਨੇ ਜਾਂ ਲੋਕ ਯੂਜ਼ਰ ਨੇ, ਲੋਕ ਉਹਨਾਂ ਤੱਕ ਉਹਨਾਂ ਦੀ ਇੱਛਾ ਸਾਰਿਆਂ ਦੀ ਹੈ ਕਿ ਸਾਡੇ ਕੋਲੇ ਜਿਹੜਾ ਘਿਓ ਹੈ, ਜਿਵੇਂ ਹੁਣ ਸਾਡੇ ਸਟੋਰਸ ਤੇ ਅਮੁੱਲ ਦਾ ਘਿਓ ਆ ਰਿਹਾ ਹੈ ਜਾਂ ਹੋਰ ਜਿਹੜੇ ਇੱਥੋਂ ਦੇ ਲੋਕਲ ਘਿਓ ਆ ਰਹੇ ਹੈ, ਜਿਹੜੇ A1 ਘਿਓ ਹੈ, A2 ਨਹੀਂ ਹੈਗੇ। ਤੋ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਫਿਊਚਰ ਦੇ ਵਿੱਚ ਆਪਣਾ ਜਿਹੜਾ ਗਰੁੱਪ ਹੈ ਉਹ ਵੱਡਾ ਬਣਾਓ, ਔਰ ਇੱਥੋਂ ਦੇ ਜਿਹੜੇ ਪ੍ਰੋਡਿਊਸਰ, ਜਿਹੜੇ ਮਤਲਬ ਗਰੋਸਰਸ ਨੇ ਵੱਡੇ, ਉਹਨਾਂ ਦੇ ਨਾਲ ਆਪਾਂ ਇੱਕ ਰਾਬਤਾ ਕਾਇਮ ਕਰਕੇ ਤੁਹਾਡੀ ਪ੍ਰੋਡਿਊਸ ਅਸੀਂ ਚਾਹੁੰਦੇ ਹਾਂ ਕਿ ਇੱਥੇ ਕੈਨੇਡਾ ਵਿੱਚ ਜਾਂ ਹੋਰ ਮੁਲਕਾਂ ਵਿੱਚ ਆਵੇ। ਇਹ ਤਾਂ ਬਹੁਤ ਵਧੀਆ ਹੋਊਗਾ ਜੀ, ਕਿਉਂਕਿ ਇਸ ਨਾਲੋਂ ਵੱਡੀ ਸੇਵਾ ਆਪਾਂ ਕਿਸਾਨੀ ਦੀ, ਇਸ ਤੋਂ ਵੱਡੀ ਸੇਵਾ ਹੋਰ ਕੀ ਕਰ ਸਕਦੇ ਹਾਂ। ਕਿਉਂਕਿ ਮੇਰਾ ਇਹ ਨਿੱਜੀ ਵਿਚਾਰ ਹੈ ਵੀ ਸਾਨੂੰ ਘਰ ਮੁੜ ਕੇ ਸਰੋਤ ਤੇ ਹੀ ਜਾਣਾ ਪਊਗਾ, ਤੇ ਇਸੇ ਲੋਟ ਹੀ ਸਾਡੀ ਕਿਸਾਨੀ ਨੂੰ ਵਧਾਵਾ ਹੋਊਗਾ। ਜੋ ਗਰਦਿਸ਼ ਸਾਡੀ ਪੰਜਾਬ ਦੀ ਕਿਸਾਨੀ ਆ, ਹੁਣ ਤੱਕ ਵੀ ਪੂਰੀ ਦੁਨੀਆ ਦੀ ਕਿਸਾਨੀ ਹੋਈ ਗਰਦਿਸ਼ ਫਸੀ ਹੋਈ ਹੈ, ਤਾਂ ਵੱਡ ਗੱਲ ਹੈ ਵੀ ਜਿਹੜੇ ਬਾਹਰਲੇ ਮੁਲਕ ਨੇ ਉਹ ਡਾਇਰੈਕਟ ਸਬਸਿਡੀਜ਼ ਦਿੰਦੇ ਨੇ, ਤੇ ਉਸ ਕਾਰਨ ਉੱਥੇ ਦਾ ਜਿਹੜਾ ਕਿਸਾਨ ਬਚਿਆ ਹੋਇਆ, ਤੇ ਏਦਾਂ ਦੀ ਕੋਈ ਮਾਲੀ ਸੁਰੱਖਿਆ ਸਾਨੂੰ ਇੱਥੇ ਨਹੀਂ ਮਿਲਦੀ। ਹੋਰ ਤਾਂ ਹੋਰ ਮੈਨੂੰ ਲੱਗਦਾ ਤੁਹਾਨੂੰ ਤਾਂ ਪਤਾ ਹੀ ਹੋਊਗਾ ਵੀ ਆਰਗੈਨਿਕ ਕਿਸਾਨਾਂ ਵਾਸਤੇ ਤਾਂ ਉਰੇ ਕੋਈ ਮੰਡੀ ਵੀ ਹੈ ਨੀ ਗੀ, ਤੇ ਜਦੋਂ ਅਸੀਂ ਰਵਾਇਤੀ ਮੰਡੀਆਂ 'ਚ ਜਾਂਦੇ ਹਾਂ ਉੱਥੇ ਸਾਨੂੰ ਮਿਲਦਾ ਕੁਛ ਨਹੀਂ, ਉੱਥੇ ਦਾ ਗਧਾ ਤੇ ਘੋੜਾ ਇੱਕ ਬਰਾਬਰ ਹੈ। ਸੋ ਸਾਰਿਆਂ ਨਾਲੋਂ ਵੱਡੀ ਮੈਂ ਕਹਿੰਦਾ ਵੀ ਜੇ ਕੋਈ ਸਪੋਰਟ ਜੋ ਕਿਸੇ ਨੇ ਬਾਂਹ ਫੜਨੀ ਹੈ ਪੰਜਾਬ ਦੀ ਕਿਸਾਨੀ ਦੀ, ਤਾਂ ਉਹ ਇਹ ਤੈਅ ਕਰ ਲਵੇ ਵੀ ਮੈਂ ਸਿੱਧਾ ਕਿਸਾਨ ਤੋਂ ਲੈਣਾ। ਅਸੀਂ ਵੱਡੇ ਵੱਡੇ ਕਾਰਪੋਰੇਟਸ ਦਾ ਸਮਾਨ ਲੈਂਦੇ ਹਾਂ, ਜਿਹੜੇ ਸਿੱਟਵੇਂ ਭਾਵਾਂ ਤੇ ਚੱਕਿਆ ਜਾਂਦਾ ਕਿਸਾਨ ਤੋਂ, ਤੇ ਉਹ ਸੋਹਣੇ ਉਹਦੀ ਪੈਕੇਜਿੰਗ ਕੀਤੀ ਜਾਂਦੀ ਹੈ, ਮਨ ਲੁਭਾਵਣੀ, ਲੱਖਾਂ ਕਰੋੜਾਂ ਉਸ ਤੇ ਰੁਪਈਆ ਉਹਦੇ ਇਸ਼ਤਿਹਾਰ ਤੇ ਖਰਚਿਆ ਜਾਂਦਾ, ਤੇ ਉਹੀ ਚੀਜ਼ ਜਿਹੜੀ ਸਿੱਟਵੇਂ ਭਾਅ ਚੱਕੀ ਜਾਂਦੀ ਹੈ ਉਹ ਟੁਕੜੇ ਤਿਕੜੇ ਚੌਕੇ ਬਹੁਤ ਮਹਿੰਗੇ ਭਾਅ ਵੇਚੀ ਜਾਂਦੀ ਹੈ, ਤੇ ਅਸੀਂ ਹਸੀ ਖੁਸ਼ੀ ਲੈਂਦੇ ਹਾਂ। ਸੋ ਸਾਨੂੰ ਵੀ ਇੱਕ ਕੰਜ਼ਿਊਮਰ ਦੇ ਤੌਰ ਤੇ ਜੇ ਆਪਾਂ ਸਾਰੇ ਇੱਕ ਏਦਾਂ ਨਿਸ਼ਚੈ ਕਰ ਲਈਏ ਵੀ ਮੈਂ ਵੱਧ ਤੋਂ ਵੱਧ ਜੋ ਮੈਂ ਮੇਰੀ ਰਸੋਈ ਚ ਆਉਂਦਾ ਉਹ ਸਿੱਧਾ ਕਿਸਾਨ ਤੋਂ ਆਊਗਾ, ਤਾਂ ਇਸ ਹੌਲੀ ਹੌਲੀ ਜੇ ਲਹਿਰ ਬਣਦੀ ਹੈ, ਮੁਹਿੰਮ ਬਣਦਾ, ਤਾਂ ਇਹਦੇ ਨਾਲ ਬਹੁਤ ਅਸਰ ਪਊਗਾ ਆਉਣ ਵਾਲੇ ਸਮੇਂ 'ਚ। ਜੀ ਆਪਾਂ ਸਾਂਝਾ ਪੰਜਾਬ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਨਿਊਜ਼ੀਲੈਂਡ ਤੋਂ ਵਾਪਸ ਗਏ ਹੋਏ ਰਮਨੀਤ ਸਿੰਘ ਟਵਾਣਾ, ਜੋ ਕਿ ਆਰਗੈਨਿਕ ਖੇਤੀ ਪੰਜਾਬ 'ਚ ਕਰ ਰਹੇ ਨੇ। ਸਾਨੂੰ ਸਾਰਿਆਂ ਨੂੰ ਕੁਛ ਨਾ ਕੁਛ ਬਦਲਣਾ ਚਾਹੀਦਾ, ਪਰ ਇਸ ਦੇ ਨਾਲ ਜਿੱਥੇ ਅਸੀਂ ਬੈਠੇ ਹਾਂ ਸਟੂਡੀਓ ਵਿੱਚ, ਤੇ ਰਾਮ ਪਵਾਰ ਜੀ ਜੋ ਕਿ ਹਰਿਆਣੇ ਤੋਂ ਨੇ, ਇਹਨਾਂ ਨੇ ਪਿਛਲੇ ਦਿਨੀ ਇਹ ਵੀ ਐਲਾਨ ਕੀਤਾ ਕਿ ਜੇ ਤੁਸੀਂ ਕੋਈ ਵੀ ਫਰੂਟ ਵਗੈਰਾ ਸਾਡੀ ਜ਼ਮੀਨ 'ਚ ਲਾਉਣੇ ਨੇ ਤੇ ਤੁਸੀਂ ਜ਼ਮੀਨ ਸਾਡੇ ਤੋਂ ਲੈ ਸਕਦੇ ਹੋ। ਰਾਮ ਪਵਾਰ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਟਵਾਣਾ ਸਾਹਿਬ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਸਲੂਟ ਹੈ ਜੀ। ਤੇ ਇਹ ਵੀ ਮੇਰੇ ਵਾਸਤੇ, ਮੈਂ 14 ਸਾਲ ਤੋਂ ਕੈਨੇਡਾ ਜੀ, ਮੈਂ ਓਬਜ਼ਰਵੇਸ਼ਨ ਬਣਦੀ ਹੈ, ਸੋਚ ਬਣਦੀ ਹੈ, ਤੇ ਇਹ ਵੀ ਹੈਰਾਨੀ ਹੈ ਵੀ ਪੰਜਾਬੀ ਵਾਪਸ ਜਾ ਸਕਦਾ ਹੈ। ਨਹੀਂ ਤਾਂ ਮੈਨੂੰ ਤਾਂ ਹੁਣ ਤੱਕ ਜਿੰਨੇ ਮਿਲੇ ਉਹ ਆਉਣ ਵਾਸਤੇ ਯਤਨ ਕਰਦੇ ਆ ਜੀ, ਤੇ ਤੁਹਾਨੂੰ ਸਲੂਟ ਬਣਦਾ। ਤੇ ਤੁਸੀਂ ਜਿਹੜੀ ਧਰਤੀ ਮਾਂ ਦੀ ਸੇਵਾ ਤੇ ਧਰਤੀ ਪੁੱਤਰ ਖਾਸ ਕਰ ਕਿਸਾਨ ਦੇ ਵਾਸਤੇ ਰਸਤਾ ਬਣਾ ਰਹੇ ਹੋ, ਬੜਾ ਤੁਹਾਨੂੰ ਸੀਸਾਂ ਲੱਗੂਗੀ ਜੀ। ਤੇ ਇਸੇ ਕਰਕੇ ਕਹਿੰਦੇ ਆ ਜੀ, ਬਿਜ਼ਨਸ ਪੈਸਾ ਕਮਾਓ ਪਰ ਉਹਨੂੰ ਰਾਹ ਪਾਓ, ਤੇ ਆਉਣ ਵਾਲੀ ਜਨਰੇਸ਼ਨ ਆ। ਤੁਹਾਡਾ ਅੱਜ ਦਾ ਕਦਮ ਲਿਆ ਹੋਇਆ ਜੀ, ਤੁਸੀਂ ਜਿਹੜਾ ਬਿਮਾਰ ਬੱਚਾ ਹੁੰਦਾ ਉਹਨੂੰ ਦਵਾਈ ਦੇਣੀ ਪੈਂਦੀ ਆ, ਹੁਣ ਸਾਡੀ ਧਰਤੀ ਉੱਥੇ ਬਿਮਾਰ ਹੈ ਜੀ ਉਹ, ਤੇ ਤੁਸੀਂ ਜਿਹੜਾ ਸਟੈਪ ਲਿਆ ਆਰਗੈਨਿਕ ਖੇਤੀ ਵਾਲਾ, ਉਸ ਤੋਂ ਕੁਛ ਨਾ ਕੁਛ ਸੇਕ ਮਿਲੂਗੀ। ਪਰ ਜਿਹੜਾ ਤੁਸੀਂ ਆਈਡੀਆ ਦਿਆ ਇਹ ਡਾਇਰੈਕਟ ਮਾਰਕੀਟਿੰਗ ਵਾਲਾ, ਤੇ ਸਿੱਧਾ ਗੌਰਮੈਂਟ ਜਿਹੜੇ ਲਾਅ ਲਿਆਈਏ ਨੇ ਉਹ ਵੀ ਤਾਂ ਇਹੀ ਕਹਿ ਰਹੀ ਹੈ ਜੀ। ਤੇ ਸਾਨੂੰ ਸੋਚਣਾ ਚਾਹੀਦਾ ਵੀ ਸਾਨੂੰ ਹੋਰ ਜਿਹੜੀ ਸਾਡੀ ਡਿਮਾਂਡ ਆ, ਜਿਹਦਾ ਤੁਸੀਂ ਕਿਹਾ ਵੀ ਆਰਗੈਨਿਕ ਪ੍ਰੋਡਕਟਸ ਦੀ ਅਲੱਗ ਮੰਡੀ ਹੋਣੀ ਚਾਹੀਦੀ, ਇਹੋ ਜਿਹੀ ਹੁਣ ਟਾਈਮ ਹੈ ਵੀ ਆਪਾਂ ਗੌਰਮੈਂਟ ਤੋਂ ਆਪਣੀ ਡਿਮਾਂਡਾਂ ਮੰਗਵਾ ਸਕਦੇ ਹਾਂ। ਤੇ ਸਾਨੂੰ ਇਸ ਸਾਈਡ ਵੀ ਸਟੈਪ ਲੈਣਾ ਚਾਹੀਦਾ ਵੀ ਆਪਣੀ ਧਰਤੀ ਨੂੰ ਆਪਾਂ ਕਿੱਦਾਂ ਬਚਾ ਸਕਦੇ ਹਾਂ ਜ਼ਹਿਰ ਤੋਂ। ਠੀਕ ਹੈ ਜੀ, ਤੇ ਧੰਨਵਾਦ ਜੀ। ਹਾਂਜੀ, ਨਹੀਂ ਆਪ ਜੀ ਦੀ ਹੌਸਲਾ ਅਫਜ਼ਾਈ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ। ਤੇ ਆਪ ਜੀ ਜਿਹੜੇ ਬਾਹਰ ਬੈਠੇ ਉਹਨਾਂ ਨੂੰ ਬਹੁਤ ਖੁਸ਼ੀ ਹੋਊਗੀ ਕਿ ਇੱਥੇ ਹੌਲੀ ਹੌਲੀ ਬਹੁਤ ਸਾਰੇ ਲੋਕਾਂ ਦੇ ਖਿਆਲਾਂ 'ਚ ਤਬਦੀਲੀ ਆ ਰਹੀ ਹੈ। ਹਰ ਇੱਕ ਨੂੰ ਪਤਾ ਹੈ, ਜਿਹੜਾ ਹੁਣ ਕਿਸਾਨ ਮੋਰਚਾ ਚੱਲ ਰਿਹਾ, ਮੇਰਾ ਉੱਥੇ ਗੇੜਾ ਲੱਗਦਾ ਰਹਿੰਦਾ, ਤੇ ਉੱਥੇ ਹੋਰ ਲੋਕਾਂ ਨਾਲ
ਵਿਚਾਰ ਵਟਾਂਦਰਾ ਹੁੰਦਾ ਰਹਿੰਦਾ ਹੈ। ਸੋ ਹਰ ਇੱਕ ਕੋਈ ਆਪਣੀ ਸਿਹਤਾਂ ਬਾਰੇ, ਆਪਣੀ ਧਰਤੀ ਬਾਰੇ, ਆਪਣੇ ਮੂਲ ਸਰੋਤਾਂ ਬਾਰੇ ਚਿੰਤਤ ਹੈ। ਪਰ ਬਦਕਿਸਮਤੀ ਹਰ ਇੱਕ ਕੋਈ ਇੰਨਾ ਜਕੜਿਆ ਹੋਇਆ ਹੈ, ਖਾਸ ਕਰਕੇ ਕਰਜ਼ਿਆਂ ਹੇਠਾਂ ਜਾਂ ਹੋਰ ਜੋ ਮਜਬੂਰੀਆਂ ਨੇ, ਚਾਹੁੰਦੇ ਹੋਏ ਵੀ ਉਸ ਜਾਲ ਚੋਂ ਨਿਕਲ ਨਹੀਂ ਸਕ ਰਿਹਾ। ਸੋ ਮੈਨੂੰ ਨਿੱਜੀ ਤੌਰ ਤੇ ਤਾਂ ਬਹੁਤ ਖੁਸ਼ੀ ਹੋਊਗੀ ਵੀ ਜੇ ਸਾਡਾ ਪ੍ਰਵਾਸੀ ਭਾਈਚਾਰਾ ਆ ਕੇ ਇੱਥੇ ਸਾਡੀ ਬਾਂਹ ਫੜੇ ਬਈ ਉਹ ਇੱਥੋਂ, ਕਿਉਂਕਿ ਇਹ ਸਾਰੀਆਂ ਚੀਜ਼ਾਂ ਖਾਣ ਪੀਣ ਦੀ ਚੀਜ਼ਾਂ ਨੇ, ਕਦੇ ਫੈਸ਼ਨ ਤੋਂ ਬਾਹਰ ਤਾਂ ਜਾਣੀਆਂ ਨਹੀਂ, ਹਰ ਇੱਕ ਘਰ 'ਚ ਇਹਨਾਂ ਦੀ ਲੋੜ ਹੈਗੀ ਹੈ। ਸੋ ਅਸਲ ਸੇਵਾ ਪ੍ਰਵਾਸੀ ਭਾਈਚਾਰੇ ਦੀ ਵੀ ਮੈਂ ਸਮਝਦਾ ਆਹੀ ਹੋਊਗੀ ਵੀ ਜੇ ਉਹ ਇੱਥੇ, ਚਲੋ ਉਹ ਤਾਂ ਜਿਵੇਂ ਅੰਗਰੇਜ਼ੀ ਦੀ ਕਹਾਵਤ ਹੈ ਨਾ ਜੀ, ਕਹਿੰਦੇ ਵੀ give a man a fish and you feed him for a day, teach him to fish and you feed him for a lifetime। ਸੋ ਉਹ ਗੱਲ ਹੋਊਗੀ ਵੀ ਜੇ ਅਸੀਂ ਇੱਥੋਂ ਦੇ ਜੋ ਸਾਡੀ ਉਤਪਾਦਨ ਨੇ, ਜੋ ਸਾਡੇ ਆਰਗੈਨਿਕ ਤੇ ਨੈਚੁਰਲ ਫਾਰਮਿੰਗ ਜੋ ਉਸ ਰਾਹੀਂ ਇੱਥੋਂ ਪੈਦਾ ਕੀਤੀਆਂ ਵਸਤਾਂ ਨੇ, ਜੇ ਉਹ ਬਾਹਰਲੇ ਮੁਲਕਾਂ 'ਚ ਜਾਂਦੀਆਂ ਨੇ ਤਾਂ ਆਪਾਂ ਆਪ ਹੀ ਅੰਦਾਜ਼ਾ ਲਾ ਕੇ ਦੇਖੀਏ ਵੀ ਕਿੰਨੀ ਵੱਡਾ ਹੱਲਾਸ਼ੇਰੀ ਮਿਲੂਗੀ ਇੱਥੇ ਬੈਠੇ ਲੋਕਾਂ ਨੂੰ ਜੀ। ਜੀ ਹਾਂਜੀ ਜੀ ਜੀ ਟਵਾਣਾ ਸਾਹਿਬ, ਤੁਸੀਂ ਆਪਾਂ ਫੇਰ ਵੀ ਜੁੜਦੇ ਰਵਾਂਗੇ ਇਸ ਪ੍ਰੋਗਰਾਮ 'ਚ। ਨਰੋਲ ਖੇਤੀ ਦਾ, ਧਰਤੀ ਦਾ, ਪਾਣੀ ਦਾ, ਆਪਣੇ ਸੱਭਿਆਚਾਰ ਦਾ ਪ੍ਰੋਗਰਾਮ ਹੈ ਅਤੇ ਤੁਸੀਂ, ਮੈਨੂੰ ਪਤਾ ਤੁਸੀਂ ਅੱਜ ਇੱਕ ਟ੍ਰਿਪ ਵੀ ਕੈਂਸਲ ਕੀਤਾ ਸਾਡੇ ਲਈ, ਅਤੇ ਸਾਡੀ ਟੀਮ ਵੱਲੋਂ, ਸਾਡੇ ਸਾਰਿਆਂ ਵੱਲੋਂ ਔਰ ਪ੍ਰਵਾਸੀ ਭਾਰਤੀ ਜਿੰਨੇ ਵੀ ਸੁਣ ਰਹੇ ਆ ਉਹਨਾਂ ਸਾਰਿਆਂ ਵੱਲੋਂ ਤੁਹਾਡਾ ਟਾਈਮ ਦੇਣ ਦਾ ਅਤੇ ਜਿਹੜੀ ਤੁਸੀਂ ਕੰਮ ਕਰ ਰਹੇ ਹੋ ਨਾ ਜੀ, ਉਹਦਾ ਬਹੁਤ ਬਹੁਤ ਧੰਨਵਾਦ। ਰੱਬ ਤੁਹਾਡੀ ਬਹੁਤ ਲੰਬੀ ਉਮਰ ਕਰੇ। ਜਿਸ ਤਰ੍ਹਾਂ ਤੁਸੀਂ ਜੁੜੇ ਹੋ, ਖੇਤੀ ਨਾਲ ਜੁੜੋ ਔਰ ਅਸੀਂ ਆਉਣ ਵਾਲੇ ਸਮੇਂ 'ਚ ਇੱਕ ਬ੍ਰਿਜ ਬਣਾਈਏ ਕਿ ਜਿਹੜੇ ਲੋਕ ਸੱਚੀ ਸੁੱਚੀ ਕਿਰਤ ਦੀ ਖੇਤੀ ਕਰਦੇ ਨੇ ਉਹਨਾਂ ਦਾ, ਅਤੇ ਇੱਥੋਂ ਦੇ ਉਹ ਲੋਕ ਜਿਹੜੇ ਉਸ ਕਿਰਤ ਦਾ ਮੁੱਲ ਪਾਉਣਾ ਜਾਣਦੇ ਆ, ਉਹਨਾਂ ਦਾ ਇੱਕ ਬ੍ਰਿਜ ਬਣੇ ਜਿਹਦੇ ਨਾਲ ਸਾਡੀ ਧਰਤੀ ਬਚਣੀ ਹੈ। ਮੈਂ ਨਹੀਂ ਕਹਿੰਦਾ ਕਿ ਜਿਨ੍ਹਾਂ ਕੋਲ ਜ਼ਮੀਨ ਨਹੀਂ ਉਹ ਜ਼ਮੀਨ ਛੱਡਣ, ਜਿਹੜੇ ਨਹੀਂ ਛੱਡ ਸਕਦੇ ਘੱਟੋ ਘੱਟ ਆਪਣੀ ਕਿਚਨ ਵਿੱਚ ਜ਼ਹਿਰ ਮੁਕਤ ਖਾਣਾ ਹੀ ਲੈ ਕੇ ਆਉਣ। ਬਿਲਕੁਲ। ਸੋ ਤੁਹਾਡਾ ਟਾਈਮ ਦੇਣ ਦਾ ਬਹੁਤ ਬਹੁਤ ਧੰਨਵਾਦ ਟਵਾਣਾ ਸਾਹਿਬ। ਤੁਹਾਡਾ ਬਹੁਤ ਧੰਨਵਾਦ। ਅੰਤ ਵਿੱਚ ਕੁਝ ਹੋਰ ਤੁਸੀਂ ਜਾਂਦੇ ਕੁਝ 1-2 ਮਿੰਟ ਵਿੱਚ ਐਡ ਕਰਨਾ ਚਾਹੁੰਦੇ ਹੋ? ਹਾਂਜੀ, ਵੀ ਅਸੀਂ ਲੋਕ ਜਿਹੜੇ ਇੱਥੇ ਬੈਠੇ ਹਾਂ, ਅਸੀਂ ਕਿਸ ਤਰ੍ਹਾਂ ਇਨਪੁਟ ਪਾ ਸਕਦੇ ਹਾਂ? ਕਿ ਕਿਤੇ ਨਾ ਕਿਤੇੋਂ ਸ਼ੁਰੂਆਤ ਜ਼ਰੂਰ ਹੋਣੀ ਚਾਹੀਦੀ ਆ। ਜੇ ਅਸੀਂ ਨਹੀਂ ਸੋਚਾਂਗੇ ਤਾਂ ਜਿਹੜੀ ਪੰਜਾਬ ਦੀ ਧਰਤੀ ਆ ਨਾ, ਉਹ ਬੰਜਰ ਹੋ ਜਾਏਗੀ। ਜੋ ਹਾਲਾਤ ਨੇ ਉੱਥੇ ਦੇ, ਤੁਸੀਂ ਦੇਖੋ, ਝੋਨਾ ਲਾ ਕੇ ਅਸੀਂ ਪਾਣੀ ਖਤਮ ਕਰਤਾ ਪੰਜਾਬ ਦਾ। ਅਸੀਂ ਸਰਕਾਰਾਂ ਦੇ ਉੱਤੇ ਦੋਸ਼ ਦਿੰਦੇ ਹਾਂ, ਠੀਕ ਹੈ, ਪਰ ਇਹਦੇ ਬਾਰੇ ਅਸੀਂ ਕਿੰਨਾ ਕੁ ਸੋਚਿਆ, ਅਸੀਂ ਕੀ ਕੀਤਾ? ਇਹ ਪਿਛਲੇ 3-4 ਦਹਾਕਿਆਂ ਵਿੱਚ ਜੋ ਕੁਝ ਅਸੀਂ ਕੀਤਾ ਉਹਦਾ ਹੀ ਨਤੀਜੇ ਭੁਗਤ ਰਹੇ ਹਾਂ। ਜੀ ਬਿਲਕੁਲ ਠੀਕ। ਪਹਿਲੀ ਗੱਲ ਤਾਂ ਮੈਂ ਆਪ ਸਭਨਾਂ ਦਾ ਬਹੁਤ ਸ਼ੁਕਰਗੁਜ਼ਾਰ ਹੈ ਜੀ, ਤੇ ਤੁਸੀਂ ਮੈਨੂੰ ਆਪਣੀ ਗੱਲਬਾਤ ਦੇ ਵਿੱਚ ਸ਼ਾਮਿਲ ਕੀਤਾ। ਤੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ, ਇਹ ਵਾਤਾਵਰਨ ਨਾਲ ਹੀ ਬਹੁਤ ਇਹ ਵੱਡੀਆਂ ਤੇ ਪ੍ਰਤੱਖ ਸਮੱਸਿਆਵਾਂ ਨੇ। ਖਾਸ ਕਰਕੇ ਝੋਨੇ ਦਾ ਜ਼ਿਕਰ ਤੁਸੀਂ ਕੀਤਾ, ਮੈਂ ਤੁਹਾਡਾ ਪ੍ਰੋਗਰਾਮ ਪਹਿਲਾਂ ਵੀ ਸੁਣਦਾ ਹੁੰਦਾ ਤੇ ਉਹਦੇ 'ਚ ਵੀ ਬਹੁਤ ਪ੍ਰੈਕਟੀਕਲ ਸਲਿਊਸ਼ਨ ਸੁਝਾਏ ਜਾਂਦੇ ਨੇ। ਜਿਵੇਂ ਪਿੱਛੇ ਜੇ ਤੁਹਾਡੇ ਪ੍ਰੋਗਰਾਮ ਰਾਹੀਂ ਵਿਚਾਰ ਆਇਆ ਸੀਗਾ ਵੀ ਜਿਹੜੇ ਪ੍ਰਵਾਸੀ ਭਾਈਚਾਰਾ ਹੈ ਉਹ ਥੋੜਾ ਜਿਹਾ ਆਪਦਾ ਠੇਕੇ ਤੇ ਗੌਰ ਕਰਨ, ਬਈ ਜੇ ਕਿਸੇ ਨੇ ਝੋਨਾ ਨਹੀਂ ਲਾਉਣਾ ਤਾਂ ਇੱਕ ਇਨਸੈਂਟਿਵ ਦੇ ਤੌਰ ਤੇ ਉਹਦਾ ਠੇਕਾ ਘਟਾਇਆ ਜਾਵੇ ਜੀ। ਉੱਥੇ ਬੈਠੇ ਲੋਕਾਂ ਨੂੰ ਸ਼ਾਇਦ ਉਹ ਇੰਨੇ ਪੈਸੇ ਦੀ ਲੋੜ ਵੀ ਹੈ ਨਹੀਂ ਗੀ, ਤੇ ਉਹ ਬਖੂਬੀ ਇੱਥੇ ਆਪਦਾ ਯੋਗਦਾਨ ਪਾ ਸਕਦੇ ਨੇ। ਸੋ ਦੂਸਰੀ ਗੱਲ, ਜੋ ਮੇਰਾ ਕਾਰਜ ਖੇਤਰ ਹੈ ਨੈਚੁਰਲ ਫਾਰਮਿੰਗ ਦਾ ਜਾਂ ਕੁਦਰਤੀ ਖੇਤੀ ਦਾ, ਤੇ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਜੇ ਇਸ ਚੀਜ਼ ਨੂੰ ਅਸੀਂ ਜੇ ਵੱਡੇ ਪੈਮਾਨੇ ਤੇ ਲੈ ਕੇ ਆਉਣਾ ਹੈ ਤਾਂ ਜ਼ਰੂਰ ਸਾਡਾ ਪ੍ਰਵਾਸੀ ਭਾਈਚਾਰਾ ਜੇ ਅਹਿਦ ਕਰ ਲਵੇ ਵੀ ਮੈਂ ਤਾਂ ਪੰਜਾਬ ਤੋਂ ਹੀ ਜਾਂ ਹਰਿਆਣੇ ਤੋਂ ਜਾਂ ਜਿੱਥੇ ਵੀ ਉਹ ਖਾਣਗੇ ਵੀ ਮੈਂ ਉੱਥੇ ਦਾ ਸਮਾਨ ਕੰਜ਼ਿਊਮ ਕਰਨਾ, ਤੇ ਤਾਂ ਕਿ ਉੱਥੇ ਦੇ ਬੰਦੇ ਨੂੰ ਸਿੱਧੀ ਰਾਹਤ ਮਿਲੇ ਤਾਂ ਮੈਨੂੰ ਲੱਗਦਾ ਬਹੁਤ ਵੱਡਾ ਅਸਰ ਪਊਗਾ ਜੀ ਆਉਣ ਵਾਲੇ ਸਮੇਂ 'ਚ। ਤੁਹਾਡਾ ਬਹੁਤ ਧੰਨਵਾਦ ਟਵਾਣਾ ਸਾਹਿਬ, ਥੈਂਕ ਯੂ ਸੋ ਮਚ। ਇਹ ਸਨ ਰਮਰੀਕ ਸਿੰਘ ਟਵਾਣਾ, ਜੋ ਕਿ ਨਿਊਜ਼ੀਲੈਂਡ ਨੂੰ ਛੱਡ ਕੇ, ਇੰਨੇ ਵਧੀਆ ਮੁਲਕ ਨੂੰ ਛੱਡ ਕੇ ਪੰਜਾਬ ਜਾ ਕੇ ਆਰਗੈਨਿਕ ਖੇਤੀ ਕਰ ਰਹੇ ਨੇ, ਅਤੇ ਬੜਾ ਕੁਝ ਸਿੱਖਣ ਦੀ ਲੋੜ ਹੈ। ਆਓ ਰਲ ਕੇ ਇਸ ਮੁਹਿੰਮ ਦੇ ਵਿੱਚ ਆਪਣੀ ਜਿੰਨੀ ਇਨਪੁਟ ਪਾ ਸਕਦੇ ਹਾਂ। ਤੁਹਾਡਾ ਕੋਈ ਸਵਾਲ ਹੈ, ਤੁਸੀਂ ਕੁਛ ਇਸ ਵਿੱਚ ਇਨਪੁਟ ਪਾਉਣਾ ਚਾਹੁੰਦੇ ਹੋ, 9054584444 905 458 4444 ਅਤੇ ਰਾਮ ਜੀ, ਸੁਰਜੀਤ ਸਿੰਘ ਜੀ
ਹੁਣ ਤੁਸੀਂ ਆਪਸ ਵਿੱਚ ਜਿਹੜੀ ਗੱਲਬਾਤ ਕਰੋ ਕਿ ਰਾਮ ਜੀ ਨੇ ਪਿਛਲੇ ਹਫ਼ਤੇ ਜਦੋਂ ਗੱਲਬਾਤ ਕੀਤੀ, ਸ਼ੁਰੂਆਤ ਕੀਤੀ, ਉਸ ਤੋਂ ਬਾਅਦ ਮੈਨੂੰ ਬੜੇ ਕਾਲ ਆਏ, ਕਹਿੰਦੇ ਜੀ। ਕਿ ਯਾਰ ਅਸੀਂ ਕਦੇ ਸੋਚਿਆ ਨਹੀਂ ਸੀ ਇਦਾਂ ਵੀ ਹੋ ਸਕਦਾ ਵੀ ਆਹ ਜਿਹੜੀ এনवायरमेंट ਨੂੰ ਚੇਂਜ ਕਰ ਲਏ, ਕਿਉਂਕਿ ਗੰਦਲਾ ਸਾਰਾ ਕੁਝ ਹੋ ਚੁੱਕਾ। ਜੇ ਅਸੀਂ ਸ਼ੁਰੂਆਤ ਨਹੀਂ ਕਰਾਂਗੇ ਤਾਂ ਜਿਹੜਾ ਅਸੀਂ ਪਿਛਲੇ 3-4 ਦਹਾਕੇ ਦੇ ਵਿੱਚ ਇੱਥੇ ਤੱਕ ਪਹੁੰਚੇ ਹਾਂ, ਤੇ ਅਗਲੇ 20-25 ਸਾਲਾਂ ਦੇ ਵਿੱਚ ਕੀ ਹੋਏਗਾ ਉਹ ਦੇਖਣ ਦੀ ਲੋੜ ਨਹੀਂ, ਉੱਥੋਂ ਅੰਦਾਜ਼ਾ ਲਾਇਆ ਜਾ ਸਕਦਾ। ਅਸੀਂ ਆਪਣੇ ਆਪ ਨੂੰ ਆਪੇ ਹੀ ਖਤਮ ਕਰੀ ਜਾਂਦੇ। ਉਹ ਜਿਸ ਤਰ੍ਹਾਂ ਕਿਸੇ ਨੇ ਕਿਹਾ ਸੀ ਨਾ, ਅਸੀਂ ਰਾਮ ਜੀ ਤੋਂ ਆਪਾਂ ਫੀਡਬੈਕ ਲਵਾਂਗੇ, ਕਿਉਂਕਿ ਇਹਨਾਂ ਨੇ ਜਿਹੜੀ ਸ਼ੁਰੂਆਤ ਕੀਤੀ ਸੀ ਨਾ ਜੀ ਕਿ ਮੈਂ ਆਪਣੀ ਜ਼ਮੀਨ ਧਰਤੀ ਦਾ ਕੁਝ ਹਿੱਸਾ ਉੱਥੇ ਮੈਂ ਵਾਅਦਾ ਕਰਦਾ ਕਿ ਮੈਂ ਜ਼ਹਿਰ ਨਹੀਂ ਪਾਉਣੀ। ਮੈਂ ਪ੍ਰਵਾਸੀ, ਤੁਸੀਂ ਕਾਲਾਂ ਲੈਣ ਦੀ ਗੱਲ ਕਰਦੇ ਸੀ, ਮੈਂ ਕਹਿੰਦਾ ਕਿ ਮੈਂ ਬੇਨਤੀ ਕਰਦਾ ਕਿ ਪ੍ਰਵਾਸੀ ਸਾਨੂੰ ਉਹ ਕਾਲਾਂ ਕਰਨ ਜਿਹੜੇ ਸਾਡੇ ਨਾਲ ਵਾਅਦਾ ਕਰਨ। ਅੱਜ ਉਹ ਵਾਅਦਾ ਕਰਨ ਕਿ ਮੈਂ ਆਪਣੀ ਜ਼ਮੀਨ ਦੇ ਇੰਨੇ ਹਿੱਸੇ ਦੇ ਵਿੱਚ ਸਦਾ ਲਈ ਰੇਹ ਨਹੀਂ ਪਾਉਣੀ, ਮੈਂ ਧਰਤੀ ਮਾਂ ਦੀ ਕੁੱਖ 'ਚ ਜ਼ਹਿਰ ਨਹੀਂ ਪਾਉਣਾ, ਮੈਂ ਝੋਨਾ ਨਹੀਂ ਬੀਜਣਾ, ਤਾਂ ਕਿ ਆਉਣ ਵਾਲੀਆਂ ਨਸਲਾਂ ਦਾ ਅਸੀਂ ਪਾਣੀ ਚੋਂ ਰਖਵਾਵਾਂਗੇ ਜੀ। ਸਾਡੀ ਪੀੜ੍ਹੀ ਨੂੰ ਲੋਕਾਂ ਨੇ ਪਾਣੀ ਚੋਰ ਕਹਿਣਾ। ਅਸੀਂ ਬੜੇ ਸਸਤੇ ਭਾਅ 'ਤੇ, ਮੈਂ ਤੁਹਾਨੂੰ ਦੱਸਿਆ ਸੀ ਨਾ ਕਿ 8000 ਰੁਪਏ ਦਾ ਪਾਣੀ ਅਸੀਂ 1 ਕਿਲੋ ਝੋਨਾ ਪੈਦਾ ਕਰਨ ਖਾਤਰ ਖਰਾਬ ਕਰਦੇ ਹਾਂ, ਸਦਾ ਵਾਸਤੇ ਪੋਲਿਊਟ ਕਰ ਰਹੇ ਹਾਂ। ਉਹੀ ਸਾਡੀ ਅਸੀਂ ਗੱਲ ਕਰਦਾ ਬੇਨਤੀ ਕਰਦੇ ਹਾਂ ਕਿ ਉਹੀ ਮੋਟਰ ਬਾਹਰ ਰੱਖ ਕੇ ਪਾਣੀ ਕੱਢਿਆ ਜਾਂਦਾ, ਹੁਣ 300 ਫੁੱਟ ਤੇ ਪਾਣੀ ਨਹੀਂ ਮਿਲਦਾ। ਤਾਂ ਅਸੀਂ ਜੇ ਅੱਜ ਨਾ ਜਾ ਕੇ ਪ੍ਰਵਾਸੀ, ਸਾਨੂੰ ਕਾਫੀ ਲੋਕਾਂ ਦੇ ਫੋਨ ਕਾਲਸ ਆਏ ਹੈ ਜੀ, ਔਰ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਸਾਨੂੰ ਰਿਟਾਇਰਡ ਲੋਕਾਂ ਦੇ ਫੋਨ ਕਾਲ ਆਏ ਹੈ। ਮੈਂ ਅੱਜ ਸੈਗਮੈਂਟ ਦੇ ਵਿੱਚ ਉਹ ਬਖਤਾਵਰ ਸਿੰਘ ਬਰਾੜ ਦਾ ਜ਼ਿਕਰ ਇਸ ਕਰਕੇ ਕੀਤਾ ਸੀ ਵੀ 105 ਸਾਲ ਦੀ ਉਮਰ ਦੇ ਵਿੱਚ ਐਕਟਿਵਲੀ ਕੰਮ ਕਰਦੇ ਆ, ਔਰ ਅਸੀਂ ਸਾਡੇ ਇੱਥੇ ਕਾਫੀ ਰਿਟਾਇਰਡ ਲੋਕ, ਪੈਨਸ਼ਨਰ ਲੋਕ ਬੈਠੇ ਆ, ਉਹ ਕੈਨੇਡਾ ਦੀ ਧਰਤੀ ਨਾਲ ਵੀ ਜੁੜਨ, ਕੈਨੇਡਾ ਦੇ ਪਾਣੀ ਨਾਲ ਵੀ ਜੁੜਨ। ਉਹ ਕਿੰਨੇ ਹਜ਼ਾਰਾਂ ਏਕੜ ਜ਼ਮੀਨ ਹੈ ਬਰਾੜ ਸਾਹਿਬ ਕੋਲ ਇੱਥੇ ਉਹਨਾਂ ਕੋਲੇ ਜ਼ਮੀਨ ਹੈ ਜੀ, ਰੱਬ ਦੀ ਕਿਰਪਾ ਉਹਨਾਂ ਤੇ, ਔਰ ਇੱਥੋਂ ਦਾ ਪਾਣੀ, ਇੱਥੋਂ ਦੀ ਧਰਤੀ, ਇੱਥੋਂ ਦੇ ਪੰਛੀ ਪਸ਼ੂ ਵੀ ਬਚਾਉਣੇ ਸਾਡੇ ਲਈ ਉਨੇ ਜ਼ਰੂਰੀ ਹੈ। ਸੋ ਸਾਡਾ ਪ੍ਰੋਗਰਾਮ ਦੇ ਵਿੱਚ ਇਹ ਨਾ ਧਾਰਮਿਕ ਪ੍ਰੋਗਰਾਮ ਹੈ ਤੇ ਨਾ ਸਿਆਸੀ ਹੈ ਜੀ। ਇਹ ਗੈਰ ਸਿਆਸੀ, ਗੈਰ ਧਾਰਮਿਕ ਪ੍ਰੋਗਰਾਮ ਹੈ ਰਾਮ ਜੀ। ਇਹਦੇ ਤੇ ਮਨੁੱਖਤਾ ਦੇ ਆਧਾਰ ਤੇ ਸਰਬੱਤ ਦੇ ਭਲੇ ਲਈ ਪ੍ਰੋਗਰਾਮ ਕਰਨਾ ਹੈ। ਅਸੀਂ ਬੇਨਤੀ ਕਰਾਂਗੇ, ਅਸੀਂ ਆਪਣੇ ਫੋਨ ਨੰਬਰ ਰਾਮ ਜੀ, ਔਰ ਅਸੀਂ ਆਪਣੀਆਂ ਈਮੇਲਸ ਦੇ ਕੇ ਜਾਵਾਂਗੇ। ਕਾਫੀ ਸਾਰੇ ਅਸੀਂ ਨਾ ਲਿਖ ਨਹੀਂ ਸਕੇ ਪਿਛਲੇ ਸਮੇਂ, ਤੁਸੀਂ ਆਪਣੇ ਵਾਅਦੇ ਕੀਤੇ ਸੀ ਕਿ ਅਸੀਂ ਕੋਈ ਕਿਆਰਾ ਛੱਡਣਾ ਹੈ। ਇੱਕ ਬੰਦੇ ਨੇ ਮੈਨੂੰ ਕਿਹਾ ਜੀ ਮੈਂ ਤਾਂ ਮਰਬਾ ਜ਼ਮੀਨ ਛੱਡੂੰਗਾ, 25 ਏਕੜ ਦਾ ਮਰਬਾ ਹੁੰਦਾ ਹੈ। ਫਿਰ ਇਹ ਟਵਾਣਾ ਸਾਹਿਬ ਨਾਲ ਗੱਲ ਹੋਈ, ਹੋਰ ਕਾਲਸ ਆਈਆਂ ਸਾਡੇ ਕੋਲੇ। ਇੱਕ ਮੈਂ ਤੁਹਾਨੂੰ, ਸਮਾਂ ਤਾਂ ਥੋੜਾ ਹੈ ਤੇ ਰਾਮ ਜੀ ਤੋਂ ਫੀਡਬੈਕ ਲੈਣੀ ਆਪਾਂ। ਇੱਕ ਨਾ ਲੇਡੀ ਦੀ ਗੱਲ ਜ਼ਰੂਰ ਕਰੂੰਗਾ ਮੈਂ, ਉਹਦਾ ਨਾਂ ਸੀ ਰੇਚਲ। ਇੱਕ ਬਹੁਤ ਇੰਪੋਰਟੈਂਟ ਬੁੱਕ ਸੀ ਸਾਇਲੈਂਟ ਸਪਰਿੰਗ। ਜੀ। ਵੀ ਸਪਰਿੰਗ ਆਈ ਤੇ ਚਿੜੀਆਂ ਹੈ ਹੀ ਨਹੀਂ ਸੀ, ਮਰ ਗਈਆਂ ਚਿੜੀਆਂ ਤੇ ਚਿੜੀਆਂ ਬੋਲੀਆਂ ਨਹੀਂ। 1962 ਦੇ ਵਿੱਚ ਜਿਹੜੀ ਰੇਚਲ ਸੀ ਨਾ, ਕਾਰਸਨ, ਉਹਨੇ ਬੁੱਕ ਲਿਖੀ ਸੀ ਸਾਇਲੈਂਟ ਸਪਰਿੰਗ, ਔਰ ਮੇਰੇ ਖਿਆਲ 'ਚ ਧਰਤੀ ਦੀ ਸਭ ਤੋਂ ਵੱਧ ਚਰਚਿਤ ਬੁੱਕ ਹੋਣੀ ਹੈ। ਉਹਦੀ ਡੈਥ ਹੋ ਗਈ ਸੀ 2-4 ਸਾਲਾਂ ਬਾਅਦ। 1907 'ਚ ਜਨਮੀ ਸੀ ਤੇ ਉਹ 56 ਸਾਲ ਧਰਤੀ ਤੇ ਰਹੀ, ਪਰ ਉਹਦੀਆਂ ਮਿੱਠੀਆਂ ਪਿਆਰੀਆਂ ਯਾਦਾਂ ਅੱਜ ਸਾਡੇ ਦਰਮਿਆਨ ਹੈ। ਉਹਦੀ ਬੁੱਕ ਉਹਨੇ ਤਾਂ ਲਿਖੀ ਕਿ ਉਹ 65 ਏਕੜ ਦਾ ਫਾਰਮ ਸੀਗਾ ਰੇਚਲ ਹੋਰਾਂ ਦੇ ਕੋਲੇ। 1907 'ਚ ਜਨਮੀ ਸੀ। ਜਵਾਨੀ 'ਚ ਉਹਨੇ ਵੇਖਿਆ ਖੇਤੀਬਾੜੀ ਕਰਦੀ ਸੀ, ਉਹਦੇ ਪੇਰੈਂਟਸ ਖੇਤੀ ਕਰਦੇ ਸੀ। ਉਹਨੇ ਵੇਖਿਆ ਵੀ DDT ਨਾਲ, ਸਪਰੇਅ ਨਾਲ, ਜਿਵੇਂ ਚਿੜੀਆਂ ਜਦੋਂ ਮਰਦੀਆਂ, ਪੰਛੀ ਮਰਦੇ ਤੇ ਉਹਨੂੰ ਨਾ ਬੜਾ ਪੇਨ ਹੁੰਦੀ ਸੀ, ਉਹ ਪੇਨ ਲੈਂਦੀ ਸੀ ਉਹਨਾਂ ਦੀ। ਇਹ ਗੱਲ ਹੀ ਬੜੀ ਪੇਨਫੁਲ ਹੈ। ਜਵਾਨੀ ਵੀ ਤਾਂ ਪੰਜਾਬ ਦੀ ਪੰਛੀਆਂ ਵਾਂਗ ਮਰੀ, ਪੰਛੀਆਂ ਵਾਂਗ ਮਰੀ। ਇਹ ਬੜੀ ਪੇਨਫੁਲ ਗੱਲ ਸੀਗੀ ਜਦੋਂ ਉਹਨੂੰ ਨੀਂਦ ਨਾ ਆਇਆ। ਮਾਮਾ ਦੇ ਪੁੱਤ ਹੱਥਾਂ 'ਚ ਮਰ ਗਏ ਇਹ ਜ਼ਹਿਰ ਪੀ ਕੇ। ਜ਼ਹਿਰ ਪੀ ਕੇ ਉਹਨੂੰ ਨੀਂਦ ਨਹੀਂ ਸੀ ਆਉਂਦੀ ਕਿ ਮੈਂ ਆ ਪੰਛੀਆਂ ਦੀ ਨਾ ਜਿਹੜੀ ਤਬਾਹੀ ਦੇਖ ਰਹੀ ਹਾਂ ਤੇ ਮੈਂ ਕੁਛ ਕਰ ਨਹੀਂ ਰਹੀ। ਤਾਂ ਉਹਨੇ ਫਿਰ ਇਹ ਬੁੱਕ ਲਿਖੀ ਸਾਇਲੈਂਟ ਸਪਰਿੰਗ। ਤਾਂ ਉਹਦੀ ਬੁੱਕ ਦੇ ਨਾਲ USA ਦੇ ਵਿੱਚ ਨਾ এনवायरमेंट ਇੱਕ ਏਜੰਸੀ ਬਣੀ ਜਿਹਦੇ ਤੇ DDT ਤੇ ਰੋਕ ਲੱਗ ਗਈ। ਪਰ ਸਾਡੇ ਵਲਵਲੇ ਬੜੇ ਚੰਗੇ ਬੰਦੇ ਲੋਕ ਹੋਏ ਆ। ਸਾਡੇ ਪਿੰਡ 'ਚ ਕਿਸਾਨ ਸੀ, ਮੈਂ ਅੱਜ ਉਹਦਾ ਜ਼ਿਕਰ ਕਰੂੰਗਾ। ਉਹਨਾਂ ਕੋਲ 160 ਕਿੱਲੇ ਜ਼ਮੀਨ ਦੇ ਸੀ। ਉਹਨਾਂ ਨੇ ਕਦੇ ਵੀ ਆਪਣੇ ਦਰਖਤ ਨਹੀਂ ਸੀ ਕੱਟੇ। ਤੇ ਜਦੋਂ ਪਹਿਲੀ ਵਾਰੀ ਉਹਨਾਂ ਦੇ ਬੱਚੇ ਵੱਡੇ ਹੋ ਗਏ ਤੇ ਉਹਨਾਂ ਨੇ ਕੰਬਾਈਨ ਦੇ ਨਾਲ, ਝੋਨੇ ਦੇ ਨਾਲ, ਉਹਨੂੰ ਕਣਕ ਦੇ ਨਾਲ ਨੂੰ ਅੱਗ ਲਾਈ ਨਾ, ਉਹ ਖੇਤ ਚਲੇ ਗਏ। ਬਾਬਾ ਜੀ ਰਾਮ ਕਿਰਪਾਲ ਨਾਂ ਸੀ ਉਹਨਾਂ ਦਾ, ਸਰਪੰਚ ਸੀਗੇ ਪਿੰਡ ਦੇ ਜੀ। ਤਾਂ ਉਹ ਕਹਿੰਦੇ ਵੀ ਥੱਲੇ ਕਣਕ ਸੜ ਗਈ, ਕਿਉਂਕਿ ਕਣਕ ਦੀਆਂ ਸਿੱਟੇ ਡਿੱਗ ਗਏ ਨਾ, ਉਹ ਪੰਛੀਆਂ ਵਾਸਤੇ, ਪਸ਼ੂਆਂ ਵਾਸਤੇ, ਗਰੀਬ ਭਾਈਚਾਰੇ ਦੇ ਲੋਕ, ਨੀਡਫੁਲ ਲੋਕ ਨਾ, ਉਹ ਇਕੱਠੀ ਕਰ ਲੈਂਦੇ ਸੀ। ਛੋਲਿਆਂ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਸੀ। ਇਸੇ ਕਰਕੇ ਕਹਿੰਦੇ ਵੀ ਯਾਰੀ ਨਹੀਂ ਛੋਲਿਆਂ ਦਾ ਵੱਢ ਹੈ।
ਤਾਂ ਛੋਲਿਆਂ ਦੇ ਵੱਢ 'ਚੋਂ ਨਿਕਲਦਾ ਕੁਛ ਨਹੀਂ ਸੀ। ਤਾਂ ਉਹਨਾਂ ਨੇ ਵੇਖਿਆ ਵੀ ਉੱਪਰ ਜਦੋਂ ਅੱਗ ਲਾਈ, ਉੱਪਰ ਪੱਤੇ ਸੜ ਗਏ, ਉੱਥੇ ਆਲ੍ਹਣੇ ਸੜ ਗਏ, ਪੰਛੀ ਮੱਚ ਗਏ। ਉਹ ਬੜੇ ਸੰਵੇਦਨਸ਼ੀਲ ਸੀ, ਉਹ ਕਿਰਤੀ ਸੀ। ਸਾਰੀ ਜ਼ਿੰਦਗੀ ਉਹ ਚਾਦਰਾ ਬੰਨ੍ਹ ਕੇ ਆਪਣੇ ਖੇਤ ਜਾਂਦੇ, ਸਵੇਰੇ ਕਿਰਤ ਕਰਦੇ ਸੀ। ਬੜਾ ਸਿੰਪਲ ਜੀਵਨ ਸੀ। ਉਹ ਕਹਿੰਦੇ ਸੀ ਮੈਂ ਸੁਣਿਆ ਵੀ ਕਲਯੁਗ ਆ ਗਿਆ, ਪਰ ਮੈਂ ਹੁਣ ਵੇਖ ਲਿਆ। ਮਤਲਬ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮਨੁੱਖ ਸਾਡੇ ਖਤਮ ਹੋ ਗਏ। ਸਾਡੇ 'ਚ ਗਰੀਡ ਪੈਦਾ ਹੋ ਗਈ। ਅਸੀਂ ਗਰੀਡ ਦੇ ਕਰਕੇ ਆਪਣੀਆਂ ਜ਼ਮੀਨਾਂ ਝੋਨੇ 'ਤੇ ਦੇ ਰਹੇ ਹਾਂ, ਠੇਕੇ 'ਤੇ ਦੇ ਰਹੇ ਹਾਂ, ਔਰ ਉਹ ਠੇਕਾ ਇੱਥੇ ਲਿਆ ਕੇ ਆਪਣੀਆਂ ਗੱਡੀਆਂ 'ਚ ਤੇਲ ਪਾ ਰਹੇ ਹਾਂ। ਉਹ ਤੋਂ ਬਿਨਾਂ ਸਰ ਸਕਦਾ। ਅਸੀਂ ਨੀਡ ਲਈ ਜਿਉਈਏ, ਅਸੀਂ ਧਰਤੀ ਪਾਣੀ ਮਾਂ ਦੀ ਰੱਖਿਆ ਆਪਣੇ ਘਰ ਦੇ ਜੀ ਵਾਂਗੂ ਕਰੀਏ। ਮੈਂ ਕਾਲ ਤਾਂ ਨਹੀਂ ਲੈ ਰਿਹਾ, ਫਿਰ ਜਿਹੜੀ ਆਪਣੀ ਗੱਲਬਾਤ ਚੱਲਦੀ ਹੈ ਨਾ, ਤੁਸੀਂ ਕਾਲ ਲਓ। ਨਹੀਂ ਕੋਈ ਨਹੀਂ, ਆਪਾਂ ਰਾਮ ਜੀ ਤੋਂ ਕੋਈ ਨਹੀਂ। ਹਾਂਜੀ ਰਾਮ ਜੀ, ਤੁਸੀਂ ਇਸ ਵਿੱਚ ਕੀ ਇਹਨੇ ਪਰ ਕੀ ਹੈ ਜੀ, ਕੋਈ ਵੀ ਮੁਹਿੰਮ ਹੋਏ ਉਹ ਤਿਆਗ ਮੰਗਦੀ ਹੈ। ਜਿੱਦਾਂ ਟੋਹਾਣਾ ਸਾਹਿਬ ਨੇ ਪ੍ਰੂਵ ਕਰੀ ਦਿਆ ਵੀ ਉਹ ਤਿਆਗ ਕਰਕੇ ਉੱਥੇ ਆਪਣੀ ਧਰਤੀ ਦੀ ਸੇਵਾ ਕਰਨ ਗਏ ਹੈ ਨਾ। ਇੱਕ ਚੀਜ਼ ਹੋਰ ਸਿੱਖਣ ਨੂੰ ਮਿਲੀ ਉਹਨਾਂ ਤੋਂ ਵੀ ਤੁਸੀਂ ਸਮਾਜ ਸੇਵਾ ਕਰਕੇ ਵੀ ਬਿਜ਼ਨਸ ਕਰ ਸਕਦੇ ਹੋ। ਠੀਕ ਹੈ ਜੀ, ਤੁਹਾਡੀ ਸੇਵਾ ਦੀ ਸੇਵਾ ਹੋ ਗਈ ਅਤੇ ਤੁਹਾਡਾ ਰੋਟੀ ਪਾਣੀ ਵੀ ਚੱਲ ਗਿਆ ਹੈ ਨਾ। ਅਤੇ ਤੀਜੀ ਗੱਲ ਉਹ ਕਹਿੰਦੇ ਸੀ ਵੀ ਰਿਟਾਇਰ ਬੰਦੇ, ਜਿਹੜੇ ਭਾਜੀ ਕਹਿ ਰਹੇ ਸੀਗੇ, ਰਿਟਾਇਰ ਬੰਦਾ ਜ਼ਿਆਦਾ ਕੰਟਰੀਬਿਊਟ ਕਰ ਸਕਦਾ ਹੈ ਜੀ, ਕਿਉਂਕਿ ਉਹਦਾ ਲਾਈਫ ਦਾ ਐਕਸਪੀਰੀਅੰਸ ਹੈ। ਬੰਦਾ ਜਿਹੜੀ ਗਲਤੀਆਂ ਖੁਦ ਕਰਦਾ ਉਹ ਦੂਜੇ ਨੂੰ ਕਰਨ ਤੋਂ ਰੋਕਦਾ ਹੈ। ਠੀਕ ਹੈ, ਜਦ ਇੱਕ ਸ਼ਰਾਬੀ ਬੰਦਾ, ਅਸੀਂ ਕਿਉਂ ਆਪਣੇ ਬਜ਼ੁਰਗ ਜਦੋਂ ਘਰੇ ਬੈਠੇ ਹੁੰਦੇ ਆ, ਭਾਵੇਂ ਉਹ ਕੁਝ ਨਹੀਂ ਕਰਦੇ, ਅਸੀਂ ਕਹਿੰਦੇ ਸਾਨੂੰ ਬੈਠਿਆਂ ਦਾ ਬੜਾ ਬੈਠਿਆਂ ਦਾ, ਅਸੀਂ ਕੋਈ ਵੀ ਕੰਮ ਕਰਨਾ ਹੁੰਦਾ ਤਾਂ ਉਹਨਾਂ ਨੂੰ ਜਾ ਕੇ ਪੁੱਛਦੇ। ਬਿਲਕੁਲ ਬਿਲਕੁਲ। ਜਦੋਂ ਉਹ ਨਹੀਂ ਰਹਿੰਦੇ ਵੀ ਅਸੀਂ ਕਹਿੰਦੇ ਯਾਰ ਅੱਗੇ ਪਾਪਾ ਜੀ ਨੂੰ, ਬੀਜੀ ਨੂੰ ਪੁੱਛ ਲਈਦਾ ਸੀ ਕੀ ਹੁੰਦਾ। ਜਦ ਇਹ ਤਾਂ ਬਜ਼ੁਰਗ ਤਾਂ ਜਦ ਜਾਂਦੇ, ਜਦ ਉਹਨਾਂ ਦੀ ਕਦਰ ਫਿਰ ਪਤਾ ਲੱਗਦੀ ਹੈ ਬਾਅਦ 'ਚ। ਜਦ ਜਿਹੜੀ ਚੀਜ਼ ਸਾਡੇ ਕੋਲ ਹੁੰਦੀ ਹੈ ਉਹਦੀ ਕਦਰ ਸਾਨੂੰ ਨਹੀਂ ਹੁੰਦੀ। ਹੁਣ ਬੰਦੇ ਮੈਨੂੰ ਕਈ ਪੁੱਛਦੇ ਆ ਵੀ ਤੂੰ ਇੰਨੀ ਫਿਕਰਮੰਦ, ਤੂੰ ਉਰੇ ਆ ਗਿਆ, ਤੂੰ ਪਿੱਛੇ ਦੀ ਫਿਕਰ ਕਿਉਂ ਕਰਦਾ ਹੈ। ਮੈਂ ਜੀ ਜਦ ਮੈਂ ਉਰੇ ਆਇਆ 30 ਸਾਲ ਦੀ ਮੇਰੀ ਏਜ ਸੀਗੀ। ਮੈਂ 30 ਸਾਲ ਮੈਂ ਐਕਸੀਡੈਂਟਲ ਵਰਡ ਯੂਜ਼ ਕਰਦਾ, ਮੇਰਾ ਐਕਸੀਡੈਂਟਲ ਬਰਥ ਹਿੰਦੁਸਤਾਨ 'ਚ ਹੋਇਆ। ਮੇਰਾ ਕੰਟਰੀਬਿਊਸ਼ਨ ਕੁਛ ਨਹੀਂ ਹੈ ਜੀ ਉੱਥੇ। 30 ਸਾਲ ਮੈਂ ਫ੍ਰੀ ਦੀ ਹਵਾ ਖਾਈ ਉਸ ਮੁਲਕ ਦੀ, ਹੈ ਨਾ। ਟੈਕਸ ਨਹੀਂ ਦਿਆ, ਕੁਛ ਨਹੀਂ ਦਿਆ। ਮੈਂ 30 ਸਾਲ ਦਾ ਉਰੇ ਆ ਕੇ ਹੋ ਗਿਆ ਜੀ। ਅਤੇ ਹੁਣ ਜੇ ਆਪਾਂ ਕਰਨ ਜੋਗੇ ਹੋਏ, ਹੁਣ ਅਸੀਂ ਸੋਚਦੇ ਹਾਂ ਵੀ ਯਾਰ ਉਸ ਮੁਲਕ ਦਾ ਸਾਡੇ 'ਤੇ ਆਸਾਨ ਹੈ, ਅਸੀਂ ਉਹਨੂੰ ਛੱਡਿਆ, ਉਹਨੇ ਸਾਨੂੰ ਨਹੀਂ ਛੱਡਿਆ। ਠੀਕ ਹੈ ਨਾ, ਵੀ ਅਸੀਂ ਤਾਂ ਕੁਛ ਕਰੇ ਹੀ ਨਹੀਂ ਉਹਦੇ ਵਾਸਤੇ। ਅਤੇ ਹੁਣ ਅਸੀਂ ਫਿਕਰਮੰਦ ਹੈ ਉਹੀ ਵੀ ਜਿਹੜੀ ਸਾਡੇ ਤੋਂ ਗਲਤੀਆਂ ਹੋਈਆਂ ਉਹ ਸਾਡੀ ਨੈਕਸਟ ਜਨਰੇਸ਼ਨਾਂ ਨੂੰ ਵੀ ਭੁਗਤਣੀ ਪਊਗੀ। ਅਤੇ ਹੁਣ ਅਸੀਂ ਸੋਚ ਰਹੇ ਵੀ ਜੇ ਆਪਾਂ ਕਰ ਸਕਦੇ ਹਾਂ, ਕੁਛ ਕਰਨਾ ਚਾਹੀਦਾ। ਸਭ ਤੋਂ ਮੇਨ ਚੀਜ਼ ਇਹੀ ਹੈ ਜੀ, ਜਿਹੋ ਜਿਹਾ ਖਾਓਗੇ ਉਹੋ ਜਿਹੀ ਸੋਚ ਹੋਣੀ ਹੈ। ਉਹ ਤਾਂ ਹੈ, ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਵੱਢਾਂਗੇ, ਉਹੋ ਜਿਹਾ ਵੱਢੂਗੇ। ਖਾਣਾ ਵੀ ਹੋਈ ਹੈ ਜੀ, ਜਿਹੜਾ ਜਿਹੋ ਜਿਹਾ ਖਾਣਾ ਖਾਓਗੇ ਉਹੋ ਜਿਹੀ ਆਪਣੀ ਸੋਚ ਬਣਨੀ। ਆਪਣੀ ਸੋਚ ਖਾਣੇ ਨਾਲ ਬੜੀ ਮੈਟਰ ਕਰਦੀ ਹੈ ਜੀ। ਅਤੇ ਹੁਣ ਜੋ ਉਹ ਯੂਰੀਆ ਵਾਲਾ ਖਾਣਾ ਖਾਓਗੇ ਤਾਂ ਯੂਰੀਆ ਵਾਲੀ ਸੋਚ ਬਣਨੀ ਹੈ ਜੀ। ਮੈਂਟਲੀ ਅਤੇ ਸਾਇੰਟੀਫਿਕ ਇਫੈਕਟ ਪੈਂਦਾ ਆਪਣੀ ਬੋਡੀ 'ਤੇ ਵੀ, ਵਿਚਾਰਾਂ 'ਤੇ ਵੀ। ਅਤੇ ਇਸ ਕਰਕੇ ਔਰਗੈਨਿਕ ਖੇਤੀ ਜੇ ਹੋਊਗੀ, ਧਰਤੀ ਵੀ ਬਚੂਗੀ ਜੀ ਉਸ ਤੋਂ, ਅਤੇ ਹੈਲਥੀ ਵੀ ਹੋਏਗੀ। ਅਤੇ ਉਹ ਜਨ ਅੰਦੋਲਨ ਹੈ, ਨੋਟ ਓਨਲੀ ਫॉर ਫਾਰਮਰ। ਫਾਰਮਰ ਨੇ ਤਾਂ ਜਿਹੜਾ ਬੀਜਣਾ ਉਹਨੇ ਵੇਚਣਾ ਹੀ ਹੈ ਨਾ ਜੀ, ਪਰ ਜਿਹੜਾ ਬੰਦਾ ਉਹ ਖਾਊਗਾ ਉਹਦੀ ਸੋਚ 'ਤੇ ਵੀ ਇਫੈਕਟ ਪਊਗਾ ਜੀ। ਅਤੇ ਇਸ ਕਰਕੇ ਮੇਰੇ ਖਿਆਲ ਤੋਂ ਵੀ ਸ਼ੁੱਡ ਮੂਵ ਇਨ ਦਿਸ ਵਨ। ਜਿੰਨੇ ਜੋਗੇ ਹੈ ਉਹਨਾਂ ਕਰਨਾ ਚਾਹੀਦਾ। ਅਤੇ ਲਾਸਟ ਵੀਕ ਜਦ ਮੈਂ ਉਰੇ ਤੋਂ ਗਿਆ, ਮੈਂ ਬ੍ਰਦਰ ਨੂੰ ਫੋਨ ਕਰਿਆ ਵੈਸੇ ਡਰਦੇ, ਮੈਂ ਕਿਹਾ ਉਹ ਕਹੂਗਾ ਵੀ ਤੂੰ ਉਹੀ ਕੀ ਕਰ ਦਿੰਦਾ ਨਾ। ਉਹ ਇੱਕ ਹੋਰ ਫਿਰ ਕੌਨਫੀਡੈਂਸ ਆਇਆ ਵੀ ਚੰਗਾ ਕੰਮ ਐਪਰੀਸ਼ੀਏਟ ਕਰਦੀ ਹੈ ਜੀ ਦੁਨੀਆ। ਦੱਸ ਰਾਈਟ। ਜੇ ਤੁਸੀਂ ਕਰਦੇ ਹੋ। ਅਤੇ ਮੇਰਾ ਬ੍ਰਦਰ ਛੋਟਾ ਹੈ ਮੇਰੇ ਤੋਂ, ਬੜਾ ਉਹ ਬੜਾ ਸੋਸ਼ਲ ਹੈ ਜੀ। ਮੈਂ ਉਹਨੂੰ ਡਰਦੇ ਕਿਹਾ, ਮੈਂ ਕਿਹਾ ਯਾਰ ਉਹ ਆਪਣੀ ਜ਼ਮੀਨ ਪਈ ਹੈ, ਉਹਦਾ ਕੀ ਹੈ, ਕਹਿੰਦਾ ਖਾਲੀ ਪਈ ਹੈ। ਮੈਂ ਕਿਹਾ ਵੀ ਇੱਦਾਂ ਦਾ ਮੈਂ ਦੇ ਦੀ। ਕਹਿੰਦਾ ਅੱਛਾ ਬਰਾਤੀ ਲਾਣੇ, ਕਹਿੰਦਾ ਵੀ ਮੈਨੂੰ ਦੱਸ ਵੀ ਮੈਂ ਕੀ ਕਰ ਸਕਦਾ। ਹੀ ਟੈਲਿੰਗ ਮੀ ਕਿ ਆਪਾਂ ਜਿਹੜੀ ਸ਼ਾਮਲਾਤ ਜ਼ਮੀਨ ਹੈ ਵੀ ਪੰਚਾਇਤ ਬੁਲਾ ਕੇ ਵੀ ਉਹ ਸ਼ਾਮਲਾਤ ਜ਼ਮੀਨ ਦਵਾ ਦੂੰਗੇ ਸਾਰੇ ਪਿੰਡ ਦੀ। ਵਾਹ। ਵੀ ਚੰਗੇ ਕੰਮ ਵਾਸਤੇ ਤੁਸੀਂ ਜੇ ਮੂਵ ਕਰਦੇ ਹੋ। ਫਿਰ ਮੇਰੇ ਇੱਕ ਦੋਸਤ ਹੈ ਮਿਸਟਰ ਕੂਨਰ, ਉਹ 16 ਏਕੜ ਲੈਂਡ ਹੈ ਜੀ ਉਹਦੇ ਕੋਲ, ਉਹ ਸਕੂਲ ਹੈ ਜੀ। ਉਹਦੇ ਨਾਲ ਹੀ ਮੈਂ ਡਰਦੇ ਗੱਲ ਕਰੀ। ਉਹ ਮੈਂ ਕਿਹਾ ਵੀ ਇਹੀ ਵੀ ਗਾਲਾਂ ਹੀ ਕੱਢੂਗਾ ਵੀ ਯਾਰ ਤੂੰ ਪਤਾ ਨਹੀਂ ਕੀ ਕੰਮ ਕਰਦਾ। ਉਹ ਕਹਿੰਦਾ ਯਾਰ ਤੂੰ ਮੈਨੂੰ ਮੇਰੇ ਕੋਲ ਆਏਗਾ ਨਾ ਜਦ ਵੀ ਦਸੰਬਰ 'ਚ, ਮੈਂ ਤੈਨੂੰ ਜਿਹੜੀ ਮੈਂ ਦੇਣੀ ਹੈ ਉਹ ਤਾਂ ਦੇ ਦੇਣੀ ਹੈ। ਉਹਨੇ ਵੀ ਸੇਮ ਗੱਲ ਇਹੀ ਕਹੀ ਜੀ ਵੀ ਸ਼ਾਮਲਾਤਾਂ ਜ਼ਮੀਨਾਂ ਸਾਡੀ ਪਈ ਹੈ ਵੀ ਅਸੀਂ ਉੱਥੇ ਟਰੀ ਲਗਾ ਸਕਦੇ। ਦੇਖੋ ਬਹੁਤ ਇਹ ਪੰਚਾਇਤਾਂ ਦਾ ਜਿਹੜਾ ਨਾ ਕੰਮ ਹੈ, ਜਿਹੜੇ ਪਿੰਡ ਦੇ ਲੋਕ, ਆਗੂ ਲੋਕ ਹੈ, ਪੰਚ ਨੇ, ਸਰਪੰਚ ਨੇ, ਪੰਚਾਇਤਾਂ ਨੇ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੀਆਂ ਸ਼ਾਮਲਾਟ ਜ਼ਮੀਨਾਂ ਨਾ, ਉਹਦਾ ਦਸਵੰਧ ਤਾਂ ਯਾਰ ਜ਼ਰੂਰ ਕੱਢੋ। ਉਹਦੇ ਵਿੱਚ ਸਾਡੇ ਪੁਰਾਣੇ ਅਲੋਪ ਹੋ ਰਹੇ ਦਰਖਤ ਲਾਓ। ਸਾਡੇ ਪੰਛੀ ਉੱਥੇ ਬਚਣਗੇ, ਪੌਦੇ ਬਚਣਗੇ, ਧਰਤੀ ਬਚੇਗੀ। ਹੋਰ ਨਹੀਂ ਤਾਂ ਯਾਰ ਆਪਣੀ ਜਿਹੜੀ ਪੱਠਿਆਂ ਜੋਗੀ ਜ਼ਮੀਨ ਹੈ ਨਾ, ਪਸ਼ੂਆਂ ਦਾ ਚਾਰਾ ਹੈ ਜੀ, ਉਹ ਤਾਂ ਤੁਸੀਂ ਜ਼ਰੂਰ ਜ਼ਹਿਰ ਮੁਕਤ ਕਰੋ। ਇੱਕ ਹੁਣ ਸੁਰਜੀਤ ਸਿੰਘ ਜੀ, ਰਾਮ ਜੀ, ਕਿ ਡਿਜੀਟਲ ਵਰਲਡ ਹੋ ਗਿਆ ਨਾ। ਆਪਾਂ ਇੱਕ ਤਾਂ
WhatsApp ਗਰੁੱਪ, ਹਾਂਜੀ। ਇਸ ਦੇ ਨਾਲ ਫੇਸਬੁੱਕ ਪੇਜ ਬਣਾਈਏ ਬਿਲਕੁਲ ਬਿਲਕੁਲ ਤੇ YouTube ਦੇ ਨਾਲ ਜਿਹੜੀਆਂ ਆਪਣੇ ਸੈਗਮੈਂਟ ਨੇ ਉਹਨਾਂ ਨਾਲ ਲੋਕਾਂ ਨੂੰ ਜੋੜੀਏ, ਬਿਲਕੁਲ, ਬਿਲਕੁਲ। ਉਹਨੂੰ ਜਿਹੜੀ ਆਪਣੀ ਸੈਗਮੈਂਟ ਆ ਉਹਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੀਏ। share ਇਹ ਕਾਫਲਾ ਬਹੁਤ ਵੱਡਾ ਬਹੁਤ ਬੜਾ ਬਣ ਜਾਊਗਾ ਜੀ। ਬਟ ਆਪਾਂ ਸ਼ੁਰੂਆਤ ਕਿਤੋਂ ਕੀਤੀ ਹੈ ਨਾ ਰਾਮ ਜੀ, ਪਹਿਲਾਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ Thank you sir, ਕਿ thank ਤੁਹਾਨੂੰ ਆਵਾਜ਼ ਮਾਰੀ, ਤੁਸੀਂ ਸ਼ੁਰੂਆਤ ਕੀਤੀ। Thank ਉਹ you। ਸ਼ੁਰੂਆਤ ਦੇ ਨਾਲ ਮਨਦੀਪ ਸਿੰਘ ਗਿੱਲ ਹੁਣੀ ਆਏ ਸੀ ਪਿਛਲੇ ਹਫਤੇ, ਉਹਨਾਂ ਨੇ ਗੱਲਬਾਤ ਕੀਤੀ ਤਾਂ ਉਹਦੇ ਨਾਲ ਕੀ ਆ ਕਿ ਜਿਹੜਾ ਬਦਲਾਅ ਆਉਣਾ ਚਾਹੀਦਾ, ਜੇ ਬਦਲਾਅ ਨਹੀਂ ਨਾ ਆਇਆ, ਅੱਜ ਨਹੀਂ ਆਇਆ ਤਾਂ ਕਦੇ ਵੀ ਨਹੀਂ ਫਿਰ ਨਹੀਂ ਆਣਾ ਜੀ। ਜੇ ਦੇਖੋ ਕੋਈ ਬੰਦਾ ਕਹਿੰਦਾ ਕਿ ਕੀ ਲੋੜ ਆ ਤੁਸੀਂ ਐਦਾਂ ਕਰਦੇ ਆ ਟੀਵੀ ਤੇ, ਆਹ ਬੋਲਿਆ ਕੌਣ ਕਰੂਗਾ? ਕੋਈ ਨਾ ਕੋਈ ਤਾਂ ਕਰੂਗਾ, ਕੋਈ ਨਾ ਕੋਈ ਤਾਂ ਕਰੂਗਾ ਜੀ। ਤੁਸੀਂ ਇਹ ਦੇਖੋ ਕਦਮ ਵੀ ਤੋਂ बढ़ा। ਕਿੰਨੀ ਜਵਾਨੀ ਅਸੀਂ, ਕਿੰਨੇ ਲੋਕ ਜ਼ਹਿਰ ਦੇ ਨਾਲ, ਜਾਂ ਇਹ ਸੂਸਾਈਡ ਹੈ ਨਾ ਜਿਹੜੀ ਸੁਜੀਤ ਭਾਜੀ, ਜਿਹੜੀ ਸੂਸਾਈਡ ਆ ਉਹ ਵੀ ਇਸ ਦਾ ਹਿੱਸਾ ਹੈ। ਬਿਲਕੁਲ ਇਹਦਾ ਹਿੱਸਾ ਜੀ, ਬਿਲਕੁਲ ਇਹਦਾ ਹਿੱਸਾ ਹੈ। ਤੇ ਤੁਸੀਂ ਮੈਂਟਲੀ ਵੀਕ ਹੋ ਗਏ ਜੀ। ਹਾਂ। ਤੇ ਦੇਖੋ ਤੁਸੀਂ ਖਾਣਾ ਜਿਹੜੀ ਸਸਟੇਨੇਬਲ ਕਿਸਾਨੀ ਹੈ, ਕਿਸਾਨੀ ਪੰਜਾਬ ਦੀ, ਹਿੰਦੁਸਤਾਨ ਦੀ ਔਰ ਛੋਟੇ ਕਿਸਾਨ ਦੀ ਸੰਸਾਰ ਦੇ ਉੱਪਰ ਜੀ ਤਾਂ ਬਚਣੀ ਹੈ ਵੀ ਉਹਦੇ ਤੇ ਜ਼ੀਰੋ ਬਜਟ ਖਰਚਾ ਨਾ ਆਵੇ, ਉੱਤੇ ਉਹ ਤੇ ਮਸ਼ੀਨਰੀ ਦਾ ਖਰਚਾ ਨਾ ਆਵੇ। ਔਰ ਖੇਤੀ ਜਿਹੜੀ ਹੈ ਨਾ, ਜਿਹੜੇ ਹੁਣ ਮਾਹਰ ਦੱਸਦੇ ਆ ਕਿ ਖੇਤੀ ਬਿਨਾਂ ਵਾਹੁਣ ਤੋਂ ਵੀ ਹੋ ਜਾਂਦੀ ਹੈ। ਅੱਜ ਝੋਨੇ ਦੀ ਪਰਾਲੀ ਨਾਲ ਤੁਸੀਂ ਵੀਡ ਕੰਟਰੋਲ ਕਰ ਸਕਦੇ ਹੋ, ਜ਼ਰੂਰੀ ਨਹੀਂ ਉਹਨੂੰ ਸਾੜਿਆ ਜਾਵੇ। ਤਾਂ ਜਿਹੜੇ ਸਾਡਾ ਪ੍ਰੋਗਰਾਮ ਸੁਣਦੇ ਆ, ਅਸੀਂ ਇਹ ਬੇਨਤੀ ਕਰਾਂਗੇ ਕਿ ਸਾਨੂੰ ਆਪਣੇ ਨਾਂ ਤੇ ਫੋਨ ਨੰਬਰ ਲਿਖਾਓ। ਇਹ ਵਾਅਦੇ ਕਰਨ ਵਾਲੇ ਲੋਕ ਇੱਥੇ ਆਉਣ, ਕਿਉਂਕਿ ਗੈਰ ਸਿਆਸੀ ਤੇ ਗੈਰ ਧਾਰਮਿਕ ਪ੍ਰੋਗਰਾਮ ਹੈ ਜੀ ਇਹ ਸਿਰਫ ਤੇ ਸਿਰਫ ਧਰਤੀ ਮਾਂ ਲਈ, ਪਾਣੀ ਪਿਤਾ ਲਈ, ਪਵਨ ਗੁਰੂ ਲਈ ਹੈ ਜੀ। ਸੋ ਅਸੀਂ ਜਿਹੜੇ ਅੱਗੇ ਬੇਨਤੀ ਇਹ ਕਰਾਂਗੇ ਕਿ ਅਸੀਂ ਕਾਫਲਾ ਵੱਡਾ ਚਾਹੁੰਦੇ ਹਾਂ ਕਿ ਸੂਝਵਾਨ ਲੋਕ ਇੱਥੇ ਆਉਣ ਔਰ ਅਸੀਂ ਉਹਨਾਂ ਨੂੰ ਨਾਲ ਲੈ ਕੇ ਪ੍ਰੋਗਰਾਮ 'ਚ ਲੈ ਕੇ ਆਇਆ ਕਰੀਏ ਜੀ। ਔਰ ਵੱਖ-ਵੱਖ ਦੇਸ਼ਾਂ ਤੋਂ ਜਿੱਥੇ ਸਾਡੇ ਲੋਕ ਸੁਣਦੇ ਆ ਉਹ ਵੀ ਇਹਨਾਂ ਨਾਲ ਜੁੜ ਸਕਦੇ ਆ ਔਰ ਆਪਣਾ ਜਿਹੜਾ ਯੋਗਦਾਨ ਉਹ ਪਾ ਸਕਦੇ ਆ। ਕਾਫੀ ਸਾਰੀਆਂ ਗੱਲਾਂ ਅਸੀਂ ਹੋਰ ਵੀ ਤੁਹਾਡੇ ਨਾਲ ਕਰਾਂਗੇ, ਪਰ ਮੇਰੇ ਖਿਆਲ 'ਚ ਹੁਣ ਸਮਾਂ ਹੋ ਗਿਆ। ਅਗਲੇ ਪ੍ਰੋਗਰਾਮ 'ਚ ਅਸੀਂ ਫਿਰ ਤੁਹਾਡੇ ਨਾਲ ਜੁੜਾਂਗੇ। ਉਸ ਤੋਂ ਪਹਿਲਾਂ ਤੁਸੀਂ ਮਨ ਬਣਾਓ, ਵਿਚਾਰ ਆਉਂਦਾ ਹੈ ਨਾ ਜਦੋਂ, ਵਿਚਾਰ ਇੱਕ ਦਿਨ ਫਿਰ ਕਰਮ ਬਣ ਜਾਂਦਾ ਤੁਹਾਡਾ। ਤੁਸੀਂ ਕੀ ਕਰ ਸਕਦੇ ਹੋ। ਹਾਂਜੀ, ਜ਼ਰੂਰੀ ਨਹੀਂ ਹੈ ਜ਼ਮੀਨ, देयर आर ਲੋਟ ਆਫ ਅਦਰ ਅਸੀਂ ਆਪਸ਼ਨਸ। ਬੜਾ ਕੁਝ ਸੋਚਦੇ ਸਾਰਾ ਦਿਨ, ਬੜਾ ਕੁਝ ਸੋਚਦੇ ਇਹਦੇ ਬਾਰੇ ਸੋਚਾਂਗੇ ਤਾਂ ਕੁਝ ਨਾ ਕੁਝ ਬਦਲੇਗਾ ਜ਼ਰੂਰ। ਵੀ ਆਪਣੀ ਜ਼ਿੰਦਗੀ 'ਚ ਆਪਾਂ ਇਮੋਸ਼ਨਲੀ ਕਨੈਕਟ ਵਾਸਤੇ ਆਲ ਓਵਰ ਵਰਲਡ ਹੀ ਚਾਹੀਦਾ, ਪਰ ਜਿਸ ਧਰਤੀ ਨਾਲ ਆਪਾਂ ਇਮੋਸ਼ਨਲੀ ਕਨੈਕਟ ਹੈ ਜੀ, ਉਸ ਵਾਸਤੇ ਤਾਂ ਚਲੋ ਪਹਿਲਾਂ ਸੋਚਣਾ ਚਾਹੀਦਾ ਵੀ ਕੁਝ ਨਾ ਕੁਝ ਕਰ ਸਕੀਏ। ਹੈਲੋ ਹਾਂਜੀ ਹਾਂਜੀ, ਸਾਂਝਾ ਪੰਜਾਬ ਚੱਲ ਰਿਹਾ। ਹਾਂਜੀ ਹਾਂਜੀ ਅੱਛਾ, ਮੈਂ ਇੱਥੇ ਹਾਂ। ਹਾਂਜੀ ਹਾਂਜੀ ਤੁਸੀਂ 에ਅਰ ਤੇ ਹੋ। ਮੈਂ ਇੱਥੇ ਹਾਂ ਜੀ। ਹਾਂਜੀ ਹਾਂਜੀ ਹਰਵਿੰਦਰ ਜੀ ਤੁਸੀਂ 에ਅਰ ਤੇ ਹੋ ਸੋਤਾ ਸਾਹਿਬ। ਅੱਛਾ, ਥੈਂਕ ਯੂ ਤੁਹਾਡਾ। ਨੋ ਪ੍ਰੋਬਲਮ। ਹਾਂ, ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਭਾਈ ਸਾਹਿਬ ਇਹ ਆ ਜਿਹੜੀ ਮਤਲਬ ਨੈਕਸ ਹੋ ਰਹੀ ਆ ਇਸ ਮੂਵਮੈਂਟ ਦੇ ਵਿੱਚ, ਇਹਦਾ ਕੋਈ ਚਾਂਸ ਹੈਗਾ ਇੰਪਰੂਵਮੈਂਟ ਦਾ ਕਿ ਨਹੀਂ? ਓਕੇ ਜੀ, ਹੁਣੇ ਦੱਸ ਦੇ, ਨੋ ਪ੍ਰੋਬਲਮ। ਜਿਹੜੇ ਅੰਦੋਲਨ ਚੱਲ ਰਿਹਾ ਉਹਦੇ ਬਾਰੇ ਸੋਤਾ ਸਾਹਿਬ ਪੁੱਛ ਰਹੇ ਨੇ ਵੀ ਕੀ ਇਹਦੇ ਵਿੱਚ ਕੋਈ ਚਾਂਸ ਹੈ ਅੱਗੇ ਜਾ ਕੇ? ਮੈਂ ਵੀ ਟੀਵੀ ਤੇ ਸਵੇਰੇ ਦੇਖਿਆ ਵੀ 2 ਤਰੀਕ ਨੂੰ ਗਵਰਨਮੈਂਟ ਨੇ ਮੀਟਿੰਗ ਬੁਲਾਈ ਹੈ ਜੀ ਕਿਸਾਨਾਂ ਨਾਲ ਜੀ, ਤੇ ਹੋਪ ਵੈਰੀ ਸੁਨ। ਇੱਕ ਸੋਤਾ ਸਾਹਿਬ ਇਹ ਹੈ ਕਿ ਜਿਵੇਂ ਅਸੀਂ ਸਾਰੇ ਹੀ ਨਾ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਨੂੰ ਸੌਣ ਤੱਕ ਅਸੀਂ ਸਾਰੇ, ਸਾਡੀ ਸੁਰਤ ਉੱਥੇ ਲੱਗੀ ਹੋਈ ਹੈ। ਅਸੀਂ ਸਾਰੇ ਹੀ ਸਹਿਰਦ ਹਾਂ ਔਰ ਅਸੀਂ ਚਾਹੁੰਦੇ ਹਾਂ ਕਿ ਮਸਲਾ ਹੱਲ ਹੋ ਜੇ ਜੀ। ਅਸੀਂ ਸਰਕਾਰ ਨੇ ਜਿਹੜੀ ਗੱਲ ਕੀਤੀ ਆ ਔਰ ਮੇਰੇ ਖਿਆਲ 'ਚ ਛੇਤੀ ਕਿਸਾਨ ਜਥੇਬੰਦੀਆਂ ਨਾਲ ਬੈਠ ਕੇ ਗੱਲ ਹੱਲ ਕਰਨਗੀਆਂ। ਇਹ ਨਾ ਹੋਵੇ ਕਿ ਸਾਨੂੰ ਬਹੁਤ ਭਾਰੀ ਕੀਮਤ ਚੁਕਾ ਕੇ ਇਹ ਕੁਝ ਪ੍ਰਾਪਤੀਆਂ ਹੋਣ। ਅਸੀਂ ਕਿਸਾਨ ਯੂਨੀਅਨ ਦੇ ਬੰਦਿਆਂ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਕੋਈ ਨਾ ਕੋਈ ਕਮੇਟੀ ਵੱਡੀ ਇਸ ਤਰ੍ਹਾਂ ਦੀ ਬਣਾਓ, ਕੋਈ ਸਥਿਰ ਹੱਲ ਲੱਭੋ। ਆਪਾਂ ਜਦੋਂ ਵੀ ਹੋਣਾ ਹੈ ਵਿਚਾਰ ਨਾਲ ਹੀ ਹੱਲ ਹੋਣਾ, ਹਥਿਆਰਾਂ ਨਾਲ ਤਾਂ ਹੱਲ ਨਹੀਂ ਹੋਣਾ। ਰਾਮ ਜੀ ਤੇ ਸੁਜੀਤ ਭਾਜੀ, ਥੈਂਕ ਯੂ ਸੋ ਮਚ। ਅਗਲੇ ਹਫ਼ਤੇ ਆਪਣੀ ਫਿਰ ਬਾਤ ਕਰਾਂਗੇ। ਸਟੂਡੀਓ ਵਿੱਚ ਆਏ ਤੁਸੀਂ, ਸਮਾਂ ਕੱਢ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਥੈਂਕ ਯੂ ਜੀ, ਤੁਹਾਡਾ ਵੀ ਟਾਈਮ ਦੇਣ ਦਾ। ਪ੍ਰੋਗਰਾਮ ਸਾਂਝਾ ਪੰਜਾਬ ਦੇ ਵਿੱਚ ਅਸੀਂ ਅੱਜ ਗੱਲਬਾਤ ਕੀਤੀ। ਮੈਨੂੰ ਪੂਰੀ ਉਮੀਦ ਹੈ ਕਿ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ।